आधे इधर जाओ बाकी मेरे साथ आओ ਇੱਥੇ ਨਹੀਂ ਹੁੰਦਾ ਠੀਕ ਹੈ ਤੇ ਉਹੀ ਕਰਕੇ ਦੇ ਸ਼ੁੱਡ ਹੈਵ ਅ ਗੁੱਡ ਆਈਡੀਆ ਕਿ ਪੁਲਿਸਿੰਗ ਹੁੰਦੀ ਕੀ ਹੈ। ਇੱਥੇ ਦੀ ਪੁਲਿਸ ਬਹੁਤ ਹੀ ਡਿਫਰੈਂਟ ਹੈਗੀ ਆ। ਪਹਿਲੀ ਗੱਲ ਤੇ ਇਹ ਹੈਗੀ ਕਿ ਹਰ ਬੰਦੇ ਨੇ ਜਾਂ ਐਨੀ ਪਰਸਨ ਜਿਹਨੇ ਪੁਲਿਸ ਸਰਵਿਸ ਜੁਆਇਨ ਕਰਨੀ ਹੈ ਉਹਨੇ ਸੇਮ ਪੋਜੀਸ਼ਨ ਤੋਂ ਸ਼ੁਰੂ ਕਰਨਾ। ਸਾਡੀ ਡਿਊਟੀ ਹੁੰਦੀ ਹੈ 4 ਦਿਨ ਦੀ ਡਿਊਟੀ ਹੁੰਦੀ ਹੈ ਜੀ। 4 ਦਿਨ ਸਾਡੇ ਔਨ ਹੁੰਦੇ ਨੇ ਤੇ 4 ਦਿਨ ਆਫ ਹੁੰਦੇ, 4 ਦਿਨ ਛੁੱਟੀ ਹੁੰਦੀ ਆ। ਜਿਹੜੇ 4 ਦਿਨ ਹੁੰਦੇ ਸਾਡੀ ਐਕਚੁਅਲੀ ਸ਼ਿਫਟ ਹੁੰਦੀ ਹੈ 12 ਘੰਟੇ ਦੀ। ਅਗਰ ਕੋਈ ਬੱਚਾ ਪੁਲਿਸ ਦੇ ਵਿੱਚ ਆਉਣਾ ਚਾਹੁੰਦਾ ਹੈ ਤੇ ਬੇਸਿਕ ਰਿਕੁਆਇਰਮੈਂਟ ਕੀ ਹੁੰਦੀ ਹੈ, ਇਹ ਸਾਨੂੰ ਸਟੈਪ ਬਾਈ ਸਟੈਪ ਥੋੜਾ ਸਾਨੂੰ ਦੱਸੋ ਡਿਟੇਲ ਦੇ ਵਿੱਚ। ਸਭ ਤੋਂ ਪਹਿਲਾਂ ਐਜੂਕੇਸ਼ਨ ਦੀ ਗੱਲ ਕਰੀਏ। ਸਾਡੀ ਕਮਿਊਨਿਟੀ 'ਚ ਕਾਫੀ ਭੁਲੇਖਾ ਜਿਹਾ ਹੈਗਾ ਕਿ ਤੁਹਾਨੂੰ ਕ੍ਰਿਮੀਨਲ ਜਸਟਿਸ ਦੀ ਡਿਗਰੀ ਕਰਨੀ ਚਾਹੀਦੀ ਹੈ ਜਾਂ ਡਿਪਲੋਮਾ ਕਰਨਾ ਚਾਹੀਦਾ। ਇਹ ਬਿਲਕੁਲ ਗਲਤ ਹੈ। ਤੁਹਾਨੂੰ ਕੋਈ ਕ੍ਰਿਮੀਨਲ ਜਸਟਿਸ ਦੀ ਡਿਗਰੀ ਹਾਸਲ ਕਰਨ ਦੀ ਲੋੜ ਨਹੀਂ, ਨਾ ਕੋਈ ਕੋਰਸ ਕਰਨ ਦੀ ਲੋੜ ਹੈ। ਐਂਡ ਇਹਦਾ ਕਾਰਨ ਇਹੀ ਹੈਗਾ ਕਿ ਇੱਥੇ ਜਦੋਂ ਤੁਸੀਂ ਤੁਹਾਡੀ ਭਰਤੀ ਹੋਊਗੀ, ਜਦੋਂ ਤੁਸੀਂ ਪਾਸ ਕਰ ਜਾਓਗੇ ਐਪਲੀਕੇਸ਼ਨ ਪ੍ਰੋਸੈਸ, ਇੱਥੇ ਤੁਹਾਨੂੰ ਸਾਰਾ ਕੁਝ ਸਿਖਾਉਣਾ ਹੈ। ਐਜੂਕੇਸ਼ਨ ਦੇ ਬਾਅਦ ਇੱਕ ਹੋਰ ਚੀਜ਼ ਤੁਹਾਡੀ ਐਪਲੀਕੇਸ਼ਨਸ ਦੇਖੀ ਜਾਊਗੀ, ਉਹਨੂੰ ਕਹਿੰਦੇ ਵੋਲੰਟੀਅਰ ਐਕਸਪੀਰੀਅੰਸ। ਤੁਹਾਡੀ ਕਮਿਊਨਿਟੀ ਕਮਿਟਮੈਂਟ ਕਿੰਨੀ ਹੈ ਕਮਿਊਨਿਟੀ ਨਾਲ, ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਉਹ ਕਾਫੀ ਵੱਡੀ ਗੱਲ ਹੁੰਦੀ ਆ। ਇਹ ਸ਼ੌਕ ਤੁਸੀਂ ਤੁਹਾਡੇ ਉੱਥੇ ਵੀ ਦਿਮਾਗ ਦੇ ਵਿੱਚ ਸੀਗਾ, ਉੱਥੇ ਪੰਜਾਬ ਪੁਲਿਸ ਦਾ ਵੀ? ਮੈਂ ਸੋਚਿਆ ਤਾਂ ਸੀਗਾ ਬਟ ਮੈਨੂੰ ਘਰਦਿਆਂ ਨੇ ਰეკਮੈਂਡ ਨਹੀਂ ਕੀਤਾ ਸੀ। ਬੇਸਿਕ ਐਜੂਕੇਸ਼ਨ ਦਾ +2 ਹੈ। ਹਾਂਜੀ। ਪਰ ਅਗਰ ਤੁਸੀਂ ਗ੍ਰੈਜੂਏਸ਼ਨ ਹੋ ਜਾਂ ਤੁਸੀਂ ਮਾਸਟਰ ਕੀਤੀ ਹੋਈ ਹੈ ਤੇ ਜਾਂ ਤੁਹਾਡਾ ਵਲੰਟੀਅਰ ਜ਼ਿਆਦਾ ਹੈ, ਐਂਡ ਆਫ ਦਾ ਟਾਈਮ ਉਹ ਸਾਰਾ ਕੁਝ ਕਲੱਬ ਕਰਕੇ ਤੁਹਾਨੂੰ ਇਹ ਦੇਖਿਆ ਜਾਣਾ ਕਿ ਕਿਸ ਦਾ ਸਕੋਰ ਜ਼ਿਆਦਾ। ਮੈਂ ਤਾਂ ਜੀ ਮਤਲਬ ਕਾਂਸਟੇਬਲ ਤੋਂ ਨਹੀਂ ਸ਼ੁਰੂ ਕਰਨਾ, ਮੈਂ ਤਾਂ ਸਿੱਧਾ SHO ਭਰਤੀ ਹੋਣਾ। ਤੇ ਉਹ ਦੱਸੋ ਸਾਨੂੰ ਮਾੜਾ ਜਿਹਾ। ਇਹ ਵੀ ਸ਼ੰਕਾ ਹੈ ਨਾ ਲੋਕਾਂ ਨੂੰ, ਇਹ ਨਹੀਂ ਪਤਾ ਕਿ ਸਾਡੀ ਆਲਵੇਜ਼ ਸ਼ੁਰੂਆਤ ਕਾਂਸਟੇਬਲ ਤੋਂ ਹੋਊਗੀ। ਤੇ ਕਾਂਸਟੇਬਲ ਇਹੀ ਜੇ ਆਫਸਰਸ ਨੇ, ਵੈਸੇ ਆਪਾਂ ਕਹਿੰਦੇ ਕਾਂਸਟੇਬਲ ਬਟ ਵੀ ਆਰ ਕੰਸੀਡਰਡ ਪੁਲਿਸ ਆਫਸਰਸ। ਕੋਈ ਜਦੋਂ ਤੁਹਾਨੂੰ ਬੈਚ ਦਿੱਤਾ ਜਾਂਦਾ ਦੈਟਸ ਯੋਰ ਕਮਿਸ਼ਨ। ਤੇ ਇਹ ਤੁਹਾਡੇ ਕੋਲ ਹੈਂਡਗਨ ਹੋਊਗਾ, ਇਹ ਇਹਨੂੰ ਕਹੀਦਾ ਪਟਾਨ ਜੀ, ਜਿੱਦਾਂ ਸੋਟੀ ਦੀ ਗੱਲ ਕਰਦੇ। ਇਹ ਐਕਸਪੈਂਡੇਬਲ ਹੁੰਦਾ, ਇਹਨੂੰ ਐਕਸਪੈਂਡ ਆਪਾਂ ਕਰ ਸਕਦੇ ਹਾਂ। ਮੇਰੇ ਕੋਲ ਐਕਸਟਰਾ ਮੈਗਜ਼ੀਨਸ ਆਪਣੇ ਗਨ ਲਈ ਹੁੰਦੀਆਂ। ਮੇਰੇ ਕੋਲ ਰੇਡੀਓ ਹੁੰਦਾ। ਇਹ ਮੇਰੇ ਕੋਲ ਟੇਜ਼ਰ ਆ। ਇਹ ਟੇਜ਼ਰ ਬੇਸਿਕਲੀ ਇਲੈਕਟ੍ਰਿਕ ਸ਼ੌਕ ਦਿੰਦਾ ਤੇ ਜਦੋਂ ਤੁਸੀਂ ਕਿਸੇ ਨੂੰ ਟੇਜ਼ਰ ਕਰਦੇ ਹੋ ਉਹਨਾਂ ਨੂੰ ਉਹ ਕੰਟਰੋਲ ਨਹੀਂ ਕਰ ਸਕਦੇ ਆਪਣਾ, ਉਹ ਡਿੱਗ ਹੀ ਜਾਂਦੇ ਨੇ। ਇਹ ਮੇਰੀ ਵੈਸਟ ਹੈਗੀ ਆ, ਬਲਿਸਟਿਕ ਵੈਸਟ ਇਹਨੂੰ ਕਹੀਦਾ। ਇਹ ਸਾਰੇ ਪੁਲਿਸ ਅਫਸਰ ਨੂੰ ਪਾਉਣਾ ਹੀ ਪੈਂਦਾ। ਕੰਮ ਤੁਹਾਡਾ ਬਾਲਾ ਹੀ ਔਖਾ ਹੈ, ਥੋੜਾ ਨਹੀਂ। ਤੇ ਮੈਨੂੰ ਤਾਂ ਇਹ ਵੀ ਲੱਗਦਾ ਹੈ ਵੀ ਤੁਹਾਨੂੰ ਵੀ ਮੁਨਸ਼ੀ ਦੀ ਘਾਟ ਹੈ। ਪ੍ਰੋ ਪੰਜਾਬ TV ਦੇਖਣ ਵਾਲਾ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਹਾਂ ਕਮਲਜੀਤ ਬੁੱਟਰ। ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਪੁਲਿਸ ਹੈੱਡਕੁਆਟਰ ਦੇ ਵਿੱਚ, ਕੈਲਗਰੀ ਦੇ ਪੁਲਿਸ ਹੈੱਡਕੁਆਟਰ ਦੇ ਵਿੱਚ। ਇੱਥੇ ਮੈਂ ਤੁਹਾਨੂੰ ਪਹਿਲਾਂ ਇਹ ਦੱਸ ਦੇਵਾਂ ਕਿ ਮੈਂ ਪਹੁੰਚਿਆ ਹੋਇਆ ਸ਼ਬਦ ਕਿਹਾ, ਲਿਆਂਦਾ ਨਹੀਂ ਗਿਆ ਹੋਇਆ ਸ਼ਬਦ ਕਿਹਾ। ਸੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਸੀਨੀਅਰ ਕਾਂਸਟੇਬਲ ਰਣਵੀਰ ਸਿੰਘ ਰੰਧਾਵਾ ਦੇ ਨਾਲ। ਤੇ ਅਸੀਂ ਅੱਜ ਜਿਹੜੇ ਟੌਪਿਕ ਦੇ ਉੱਪਰ ਗੱਲ ਕਰਨੀ ਹੈ ਉਹ ਉਹਨਾਂ ਦੀ ਜਰਨੀ ਦੇ ਬਾਰੇ ਵੀ ਗੱਲ ਕਰਨੀ ਹੈ ਕਿ ਉਹ ਕਿਸ ਤਰ੍ਹਾਂ ਪੁਲਿਸ ਦੇ ਵਿੱਚ ਆਏ ਨੇ, ਅਤੇ ਨਾਲ ਹੀ ਗੱਲ ਇਹ ਕਰਨੀ ਹੈ ਕਿ ਕਿਸੇ ਨੇ ਪੁਲਿਸ ਦੇ ਵਿੱਚ ਆਉਣਾ ਆ, ਭਰਤੀ ਹੋਣਾ ਆ, ਅਤੇ ਉਹ ਕਿਹੜੇ ਸਟੈਪ ਦੇ ਵਿੱਚੋਂ ਦੀ ਲੰਘਣਾ ਤੁਹਾਨੂੰ ਪੈਣਾ ਆ। ਅਤੇ ਇਹ ਕਿਉਂਕਿ ਬਹੁਤ ਸਾਰਾ ਹੀ ਮਿਸ ਅੰਡਰਸਟੈਂਡਿੰਗ ਕਈ ਵਾਰੀ ਜਦੋਂ ਆਪਾਂ ਸੁਣੀਆਂ ਸੁਣਾਈਆਂ ਗੱਲਾਂ 'ਤੇ ਉੱਪਰ ਆ ਜਾਂਦੇ ਹਾਂ ਕਿ ਤੁਹਾਨੂੰ ਫਲਾਣੀ ਡਿਗਰੀ ਕਰਨੀ ਪੈਣੀ ਹੈ, ਤੁਹਾਨੂੰ ਇਸ ਤਰ੍ਹਾਂ ਦਾ ਸਰੀਰ ਬਣਾਉਣਾ ਪੈਣਾ, ਤੁਹਾਨੂੰ ਇਸ ਤਰ੍ਹਾਂ ਦੀ ਨੌਲੇਜ ਹੋਵੇ, ਅਤੇ ਬਹੁਤ ਸਾਰੀਆਂ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ ਉਹ ਤੁਹਾਨੂੰ ਕਈ ਵਾਰੀ ਤੁਹਾਡਾ ਸਮਾਂ ਬਰਬਾਦ ਕਰਦੀਆਂ। ਕਹਿਣ ਦਾ ਮਤਲਬ ਤੁਸੀਂ ਕਿਸੇ ਹੋਰ ਪਾਸੇ ਲੱਗੇ ਰਹਿੰਦੇ ਹੋ, ਪਰ ਅਖੀਰ ਦੇ ਵਿੱਚ ਜਦੋਂ ਤੁਹਾਡਾ ਸੁਪਨਾ ਪੂਰਾ ਹੋਣ ਦੀ ਗੱਲ ਆਉਂਦੀ ਹੈ ਅਤੇ ਉਹ ਤੁਹਾਡਾ ਨਹੀਂ ਹੁੰਦਾ, ਕਿਉਂਕਿ ਤੁਸੀਂ ਸੁਣੀਆਂ ਸੁਣੀਆਂ ਗੱਲਾਂ ਹੁੰਦੀਆਂ। ਸੋ ਇਹਨਾਂ ਸਾਰੀਆਂ ਗੱਲਾਂ ਦੇ ਜਿਹੜੇ ਸ਼ੰਕੇ ਨੇ ਉਹ ਅਸੀਂ ਦੂਰ ਕਰਾਂਗੇ ਅੱਜ, ਅਤੇ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਭਾਜੀ ਹੋਰਾਂ ਦੇ ਨਾਲ। ਭਾਜੀ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਅਸ। ਅਤੇ ਭਾਜੀ ਪਹਿਲਾਂ ਤਾਂ ਸਾਨੂੰ ਇਹੀ ਦੱਸੋ ਕਿ ਸਾਡੇ ਲਈ ਤਾਂ ਬੜੀ ਮਾਣ ਵਾਲੀ ਗੱਲ ਹੈ ਅਤੇ ਤੁਸੀਂ ਇਸ ਅਹੁਦੇ ਦੇ ਉੱਪਰ ਬੈਠੇ ਹੋ, ਅਤੇ ਜਿਸ ਤਰ੍ਹਾਂ ਤੁਸੀਂ ਦੱਸ ਵੀ ਰਹੇ ਸੀ ਕਿ ਤੁਹਾਡਾ ਤਾਂ ਜਿਹੜੀ ਸਟੱਡੀ ਹੈ ਜਾਂ ਤੁਹਾਡਾ ਕੰਮ, ਤੁਸੀਂ ਜਿਹੜੇ ਸ਼ਹਿਰਾਂ ਦੇ ਵਿੱਚ ਰਹੇ ਹੋ, ਅਤੇ ਉੱਥੋਂ ਤਾਂ ਮੈਨੂੰ ਇਹ ਲੱਗਦਾ ਸੀ ਕਿ ਤੁਸੀਂ ਪੁਲਿਸ ਦੇ ਵਿੱਚ ਕਿਵੇਂ ਆ ਗਏ। ਹਾਂਜੀ, ਠੀਕ ਹੈ ਜੀ। ਅਤੇ ਨਹੀਂ ਤਾਂ ਬੜੇ ਕਹਿੰਦੇ ਆ ਯਾਰ ਅਸੀਂ ਤਾਂ ਮੈਂ ਤਾਂ ਫਲਾਣੀ ਜੋਬ ਕਰਦਾ, ਮੈਂ ਤਾਂ ਜਾਣਾ ਹੀ ਪੁਲਿਸ 'ਚ ਹੈ। ਠੀਕ ਹੈ ਜੀ। ਪਰ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇੰਜੀਨੀਅਰਿੰਗ ਲਾਈਨ ਦੇ ਵਿੱਚ ਰਹੇ ਹੋ,
ਤੇ ਥੋੜਾ ਸਾਨੂੰ ਅਸੀਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ। ਹਾਂਜੀ। ਤੇ ਪੰਜਾਬ ਤੋਂ ਕਿੱਥੋਂ ਭਾਜੀ? ਸਾਡਾ ਪਿੰਡ ਧਨੌਲਾ, ਬਰਨਾਲੇ ਦੇ ਨਾਲ ਹੀ। ਹਾਂਜੀ। ਓਕੇ ਤੇ ਰਹਿੰਦੇ ਤੇ ਹੁਣ ਆਪਾਂ ਸ਼ਹਿਰ 'ਚ ਹੀ ਹਾਂ ਜੀ। ਤੇ ਤੁਹਾਡੀ ਗੱਲ ਬਿਲਕੁਲ ਸਹੀ ਆ। +2 ਕਰਕੇ ਮੈਂ ਇੱਥੇ ਆਇਆ ਸੀ ਜੀ ਸਟੱਡੀ ਬੇਸਿਸ ਤੇ ਐਜ਼ ਅ ਸਟੂਡੈਂਟ। ਜੀ ਤੇ ਸਟੂਡੈਂਟ ਵੀਜ਼ੇ ਤੇ ਆ ਕੇ ਮੈਂ ਇੱਥੇ ਆ ਕੇ ਸਭ ਤੋਂ ਪਹਿਲਾਂ ਆਪਣੀ ਡਿਗਰੀ ਹਾਸਲ ਕੀਤੀ, ਬੈਚਲਰਸ ਡਿਗਰੀ ਜਿਹਨੂੰ ਤੁਸੀਂ ਕਹੀਦਾ। +2 ਉੱਥੋਂ ਪਾਸ ਕਰਕੇ ਆਏ ਸੀ? +2 ਇੱਥੋਂ ਪਾਸ ਕਰਕੇ ਆਇਆ ਸੀ। ਹਾਂਜੀ। ਓਕੇ ਤੇ +2 ਪਾਸ ਕਰਕੇ ਇੱਥੋਂ ਆ ਕੇ ਮੈਂ ਬੈਚਲਰਸ ਡਿਗਰੀ ਕੀਤੀ, ਜਿਹੜੀ 4 ਸਾਲ ਦੀ ਇੱਥੇ ਕੈਨੇਡਾ 'ਚ 4 ਸਾਲ ਦੀ ਡਿਗਰੀ ਹੁੰਦੀ ਆ। ਉਹਦੇ ਬਾਅਦ ਮੈਂ ਯੂਨੀਵਰਸਿਟੀ ਆਫ ਨਿਊ ਬ੍ਰਾਂਸਵਿਕ 'ਚ ਗਿਆ ਸੀ। ਕਾਫੀ ਇਹੋ ਜਿਹਾ ਪ੍ਰੋਵਿੰਸ ਹੈਗਾ ਜਿੱਥੇ ਆਪਣੇ ਘੱਟ ਹੀ ਜਾਂਦੇ ਨੇ, ਓਕੇ ਬਟ ਯੂਨੀਵਰਸਿਟੀ ਉੱਥੇ ਦੀ ਬਹੁਤ ਵਧੀਆ ਹੈਗੀ ਆ ਤੇ ਕਾਫੀ ਪੁਰਾਣੀ ਯੂਨੀਵਰਸਿਟੀ ਹੈਗੀ ਆ। ਉੱਥੇ ਜਦੋਂ ਮੈਂ ਗ੍ਰੈਜੂਏਟ ਹੋਇਆ, ਉੱਥੇ ਮੈਨੂੰ ਮੌਕਾ ਮਿਲਿਆ ਉੱਥੇ ਕੋਆਪ ਜਿਹਨੂੰ ਐਕਸਪੀਰੀਅੰਸ ਕਹੀਦਾ ਜਦੋਂ ਤੁਸੀਂ ਡਿਗਰੀ ਕਰਦੇ ਹੋ। ਉੱਥੇ ਮੈਂ ਲੋਕਲ ਕੰਪਨੀ ਨਾਲ ਕੰਮ ਕੀਤਾ 2 ਸਾਲ, ਫੈਡਰਿਕਟਨ ਜਿਹੜਾ ਸ਼ਹਿਰ ਹੈਗਾ ਸੂਬੇ ਦਾ। ਤੇ ਉਹਦੇ ਬਾਅਦ ਮੈਂ ਮੂਵ ਹੋ ਗਿਆ ਬਰੈਂਪਟਨ। ਉੱਥੇ ਰਿਸ਼ਤੇਦਾਰ ਸੀਗੇ ਤੇ ਉੱਥੇ ਹੀ ਜਾ ਕੇ ਮੈਂ ਸਭ ਤੋਂ ਪਹਿਲਾਂ ਉੱਥੇ ਮੈਂ ਜੌਬ ਲੱਭੀ ਤੇ ਮੈਂ ਇੰਜੀਨੀਅਰਿੰਗ ਫੀਲਡ 'ਚ ਮੈਂ ਗਿਆ। ਇੰਜੀਨੀਅਰਿੰਗ ਪ੍ਰੋਜੈਕਟ ਮੈਨੇਜਮੈਂਟ ਦੀ ਫੀਲਡ 'ਚ ਮੈਂ ਗਿਆ ਸੀ। ਉੱਥੇ ਕਾਫੀ ਸਾਲ ਮੈਂ ਇੰਜੀਨੀਅਰਿੰਗ 'ਚ ਕੰਮ ਕੀਤਾ। ਮੈਂ ਥੋੜ੍ਹੀ ਮਾਰਕੀਟਿੰਗ ਦਾ ਵੀ ਕੰਮ ਕਰਦਾ ਸੀ। ਤੇ ਉਹਦੇ ਬਾਅਦ ਮੈਨੂੰ ਮੌਕਾ ਮਿਲਿਆ ਕੈਲਗਰੀ ਆਉਣ ਦਾ। ਕੈਲਗਰੀ ਆ ਕੇ ਇੱਥੇ ਮੈਂ ਜਦੋਂ ਆਇਆ ਸੀ ਉਦੋਂ ਆਇਲ ਐਂਡ ਗੈਸ ਦਾ ਬੂਮ ਸੀਗਾ ਜੀ। ਤੇ ਜਦੋਂ ਹੀ ਮੈਂ ਆਇਆ, ਮੈਂ ਤਾਂ ਘੁੰਮਣ ਫਿਰਨ ਆਇਆ ਸੀਗਾ, ਦੇਖਣ ਲਈ ਸ਼ਹਿਰ। ਉਹ ਮੈਂ ਸੋਚਿਆ ਚਲੋ ਐਪਲੀਕੇਸ਼ਨ ਵੀ ਪਾ ਦਿੰਦੇ ਆ। ਤੇ ਇੱਥੇ ਉਦੋਂ ਜਦੋਂ ਬੂਮ ਸੀਗਾ ਕਾਫੀ ਛੇਤੀ ਮੈਨੂੰ ਹਾਇਰ ਇਹਨਾਂ ਨੇ ਕਰ ਲਿਆ। ਜੀ। ਤੇ ਤੁਸੀਂ ਆਇਲ ਕੰਪਨੀ ਦੇ ਵਿੱਚ ਆਏ? ਇੰਜੀਨੀਅਰਿੰਗ ਕੰਪਨੀ 'ਚ। ਇੰਜੀਨੀਅਰਿੰਗ। ਹਾਂਜੀ, ਗੋਲਡਰ ਐਸੋਸੀਏਟਸ ਇੰਜੀਨੀਅਰਿੰਗ ਜਿਹੜੀ ਹੈਗੀ ਸਿਵਲ ਇੰਜੀਨੀਅਰਿੰਗ ਦੀ ਕੰਪਨੀ ਹੈਗੀ ਆ। ਉੱਥੇ ਮੈਂ 4 ਸਾਲ ਲਾਏ। ਉਹਦੇ ਬਾਅਦ ਮੈਨੂੰ ਲੱਗਿਆ, ਮੇਰੇ ਦਿਮਾਗ ਸੀਗਾ, ਮੇਰੇ ਮਨ 'ਚ ਸੀਗਾ ਕਿ ਮੈਂ ਕੁਛ ਸਮਥਿੰਗ ਡਿਫਰੈਂਟ ਕਰਨਾ ਚਾਹੁੰਦਾ। ਤੇ ਜਾਂ ਤੇ ਮੈਂ ਫੌਜ ਦੀ ਫੀਲਡ 'ਚ ਜਾਣਾ ਚਾਹੁੰਦਾ ਸੀ ਜਾਂ ਤੇ ਪੁਲਿਸ 'ਚ। ਸ਼ੌਂਕ ਸੀਗਾ ਇਹ ਚੀਜ਼ਾਂ ਦਾ, ਜਿੱਦਾਂ ਸਾਰਿਆਂ ਨੂੰ ਸ਼ੌਂਕ ਹੁੰਦਾ ਹੀ ਆ। ਇਹ ਸ਼ੌਂਕ ਤੁਸੀਂ ਤੁਹਾਡੇ ਉੱਥੇ ਵੀ ਦਿਮਾਗ ਦੇ ਵਿੱਚ ਸੀਗਾ, ਉੱਥੇ ਪੰਜਾਬ ਪੁਲਿਸ ਦਾ ਵੀ? ਮੈਂ ਸੋਚਿਆ ਤਾਂ ਸੀਗਾ ਬਟ ਮੈਨੂੰ ਘਰਦਿਆਂ ਨੇ ਰეკਮੈਂਡ ਨਹੀਂ ਕੀਤਾ ਸੀ। ਉਹ ਸੋਚਦੇ ਸੀ ਕਿ ਪਹਿਲਾਂ ਜਾ ਕੇ ਪੜ੍ਹਾਈ ਕਰ ਲਾ, ਬਾਹਰ ਜਾ ਕੇ ਥੋੜ੍ਹੀ ਐਕਸਪੀਰੀਅੰਸ ਲੈ ਲਾ। ਤੇ ਉਹ ਤੇ ਦਿਮਾਗ 'ਚ ਆਲਵੇਜ਼ ਹੁੰਦਾ ਸੀ। ਠੀਕ ਹੈ। ਤੇ ਫੌਜ 'ਚ ਵੀ ਹੁੰਦਾ ਸੀ। ਬਟ ਇੱਥੇ ਆ ਕੇ ਮੈਂ ਸੋਚਿਆ ਕਿ ਜਿਹੜੀ ਚੀਜ਼ ਲਾਈਫ 'ਚ ਕਰਨੀ ਆ, ਵਾਈ ਨਾਟ ਗਿਵ ਇਟ ਅ ਟਰਾਈ। ਤੇ ਮੈਨੂੰ ਪਹਿਲਾਂ ਹੀ ਲੋਕਾਂ ਨੇ ਡਰਾਤਾ ਸੀ ਕਿ ਦੇਖੋ ਜੀ ਇਹ ਬੜੀ ਐਪਲੀਕੇਸ਼ਨ ਪ੍ਰੋਸੈਸ ਟਫ ਹੁੰਦਾ, ਔਖਾ ਹੀ ਹੁੰਦਾ। ਮੈਂ ਕਿਹਾ ਕੋਈ ਨਹੀਂ, ਦੇਖੀ ਜਾਊਗੀ, ਐਪਲੀਕੇਸ਼ਨ ਪਾ ਦਈਏ। ਤੇ ਹਰ ਇੱਕ ਸਟੈਪ ਮੈਂ ਪਾਸ ਕਰ ਲਿਆ ਤੇ ਉਹਦੇ ਬਾਅਦ ਭਰਤੀ ਹੋ ਗਈ ਮੇਰੀ। ਤੇ ਕਈ ਵਾਰੀ ਇਸੇ ਤਰ੍ਹਾਂ ਲੋਕਾਂ ਦਾ ਇਹ ਵੀ ਦੇਖਦਾ ਕਿ ਯਾਰ ਇਹ ਫਲਾਣਾ ਬਿਲਡਰ ਹੈ ਤੇ ਆਹ ਫਲਾਣਾ ਬਿਜ਼ਨਸਮੈਨ ਹੈ, ਆਹ ਫਲਾਣੇ ਨੇ ਸਟੋਰ ਖੋਲ੍ਹ ਲਿਆ। ਤੇ ਇਹ ਨਹੀਂ ਸੋਚਿਆ ਵੀ ਯਾਰ ਕਿਉਂ ਨਾ ਕਿਸੇ ਕੋਈ ਬਿਜ਼ਨਸ ਕਰ ਲਿਆ ਜਾਵੇ? ਇੱਥੇ ਤਾਂ ਆਪਣੇ ਬੰਦੇ ਸਾਰੇ ਬਿਜ਼ਨਸ ਹੀ ਕਰਦੇ ਆ ਕੋਈ ਨਾ ਕੋਈ। ਹਾਂਜੀ, ਸੋਚਿਆ ਤਾਂ ਸੀਗਾ। ਕਈ ਵਾਰੀ ਕੰਪੇਅਰ ਕਰ ਲੱਗ ਜਾਂਦੇ ਆ, ਜੌਬ ਨੂੰ ਕਿੰਨੇ ਕੁ ਕਮਾ ਰਹੇ ਆ ਤੇ ਚੰਗਾ ਤਾਂ ਰਹਿੰਦਾ ਕੋਈ ਬਿਜ਼ਨਸ ਕਰ ਲਾ। ਬਿਲਕੁਲ ਸੋਚਿਆ ਤਾਂ ਸੀਗਾ ਬਟ ਮੈਨੂੰ ਯੂਨੀਫਾਰਮ ਨਾਲ ਪਿਆਰ ਸੀਗਾ ਕਿਉਂਕਿ ਮੇਰੇ ਆਪ ਦੇ ਫਾਦਰ ਸਾਹਿਬ ਮੇਰੇ ਫੌਜ ਸੀਗੇ ਇੰਡੀਆ 'ਚ। ਠੀਕ। ਤੇ ਯੂਨੀਫਾਰਮ ਨਾਲ ਮੈਨੂੰ ਕਾਫੀ ਪਿਆਰ। ਮੇਰੇ ਦਾਦਾ ਜੀ ਵੀ ਫੌਜ ਹੁੰਦੇ ਸੀ ਤੇ ਇਹ ਸਾਡਾ ਵਰਦੀ ਨੂੰ ਪਾਉਣਾ ਇਹ ਸਾਡੇ ਲਈ ਮਾਣ ਦੀ ਗੱਲ ਆ। ਤੇ ਸਾਡੀ ਜਨਰੇਸ਼ਨ ਆਲਵੇਜ਼ ਇਹ ਕਰਦੀ ਹੀ ਰਹਿੰਦੀ ਆ। ਤੇ ਵਾਜ਼ਨਟ ਅ ਬਿਗ। ਰੰਧਾਵਾ ਜੀ, ਇਹ ਜਿਸ ਤਰ੍ਹਾਂ ਇਹ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਇਸ ਵਰਦੀ ਦੇ ਨਾਲ ਪਿਆਰ ਹੈ ਜਾਂ ਨਵੇਂ ਜਿਹੜੇ ਸਟੂਡੈਂਟਸ ਇੱਥੇ ਆਉਂਦੇ ਆ ਉਹਨਾਂ ਨੂੰ ਵੀ ਵਰਦੀ ਇੱਕ ਵਾਰੀ ਜਾਂ ਕਹ ਲਓ ਉੱਥੇ ਵੀ ਕਈ ਵਾਰੀ ਅੱਜ ਕੱਲ੍ਹ ਜੇ ਮੂਵੀਆਂ ਦੇ ਵਿੱਚ ਦੇਖਦੇ ਨੇ ਤਾਂ ਬੱਚੇ ਉੱਥੋਂ, ਮੈਂ ਕਈ ਬੱਚੇ ਸਾਡੇ ਆਏ ਨੇ ਵੈਂਕੂਵਰ ਸਾਈਡ, ਉਹ ਵੀ ਕਹਿੰਦੇ ਆ ਜੀ ਅਸੀਂ ਤਾਂ ਪੁਲਿਸ ਦੇ ਵਿੱਚ ਜਾਣਾ ਆ। ਸਾਨੂੰ ਮਤਲਬ ਡਰੈਸ ਬੜੀ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ। ਹਾਂਜੀ ਹਾਂਜੀ। ਤੇ ਹੁਣ ਤੋਂ ਸਾਨੂੰ ਥੋੜ੍ਹਾ ਇਹ ਦੱਸੋ ਵੀ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਪੁਲਿਸ ਦਾ, ਜਿਹੜਾ ਮਤਲਬ ਕੰਮ ਦੇ ਤੌਰ ਤੇ ਕਿਸ ਤਰ੍ਹਾਂ ਦੀ ਜੌਬ ਡਿਊਟੀ ਹੈ? ਤੇ ਕਿਉਂਕਿ ਅਸੀਂ ਕਈ ਚੀਜ਼ਾਂ ਕੰਪੇਅਰ ਕਰਦੇ ਹਾਂ। ਕੰਪੇਅਰ ਕਰਨ ਦਾ ਮਤਲਬ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ, ਕੰਪੇਅਰ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਅਸੀਂ ਕਿਸੇ ਨੂੰ ਕੋਈ ਨੀਵਾਂ ਦਿਖਾਉਣ ਵਾਲੀ ਗੱਲ ਹੁੰਦੀ ਹੈ। ਉਹ ਕਿਉਂਕਿ ਅਸੀਂ ਜਿੱਥੋਂ ਆਏ ਹਾਂ ਤੇ ਅਸੀਂ ਉਹਨਾਂ ਚੀਜ਼ਾਂ ਨਾਲ ਹੀ ਕੰਪੇਅਰ ਕਰਨਾ, ਅਦਰਵਾਈਜ਼ ਹੋਰ ਸਾਨੂੰ ਜਿਹੜੀ ਚੀਜ਼ਾਂ ਨਹੀਂ ਪਤਾ ਸੀ ਉੱਥੇ ਕਈ ਵਾਰੀ ਗੱਲ ਨਹੀਂ। ਕਿਉਂਕਿ ਸਾਡੇ ਉੱਥੇ ਰੰਧਾਵਾ ਜੀ ਜਿਸ ਤਰ੍ਹਾਂ ਪੁਲਿਸ ਦੀ ਜੌਬ ਨੂੰ ਬੜਾ ਉੱਥੇ ਹਾਰਡ ਮੰਨਿਆ ਜਾਂਦਾ ਕਿ ਜੀ 24 ਆਵਰਸ ਕੰਮ ਤੇ ਜਾਣਾ ਆ ਤੇ ਉਸ ਤੋਂ ਬਾਅਦ ਚਲੋ ਠੀਕ ਹੈ ਛੁੱਟੀ ਵੀ ਹੁੰਦੀ ਆ ਪਰ ਇੰਨਾ ਲੰਮਾ ਸਮਾਂ। ਤੇ ਇਹ ਸਾਨੂੰ ਦੱਸੋ ਵੀ ਇੱਥੇ ਜੌਬ ਦਾ ਕਿਸ ਤਰ੍ਹਾਂ ਦੀ ਹੈਗੀ ਹੈ ਲਾਈਫ ਪੁਲਿਸ ਦੀ? ਕਿਉਂਕਿ ਭੱਜ ਦੌੜ ਤਾਂ ਇਹ ਰਹਿੰਦੀ ਆ ਕਿ ਜਿੱਦਾਂ ਅਸੀਂ ਕਹਿ ਲਓ ਵੀ ਕਈ ਵਾਰੀ 911 ਹੈ ਕਿ ਜੀ ਪੁਲਿਸ ਪਹੁੰਚ ਜਾਂਦੀ ਹੈ ਟਾਈਮ ਤੇ ਕਿਸ ਤਰ੍ਹਾਂ ਦੀ ਲਾਈਫ ਰਹਿੰਦੀ ਹੈ? ਕਮਲਜੀਤ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਸਾਡੀ ਦੋ ਜਿਹੜੀ ਪੁਲਿਸ ਫੋਰਸਿਸ ਨਾਲ ਆਪਾਂ ਕੰਪੇਅਰ ਨਹੀਂ ਕਰ ਸਕਦੇ। ਉੱਥੇ ਦੇ ਪੁਲਿਸ ਸਰਵਿਸ ਨੂੰ ਆਪਾਂ ਨਾ ਕੁਝ ਸਾਨੂੰ ਕਹਿਣਾ ਵੀ ਚਾਹੀਦਾ, ਆਪਾਂ ਕਹਿੰਦੇ ਵੀ ਨਹੀਂ, ਬਟ
ਕਾਫੀ ਵਾਰੀ ਜਦੋਂ ਸਟੂਡੈਂਟਸ ਆਪਣੇ ਆਉਂਦੇ ਤੁਸੀਂ ਸਟੂਡੈਂਟਸ ਦੀ ਗੱਲ ਕੀਤੀ ਆ ਨਿਊ ਐਪਲੀਕੈਂਟਸ ਜਿਹੜੇ ਆਉਂਦੇ ਨੇ ਇੰਡੀਆ ਤੋਂ ਉਹਨਾਂ ਨੂੰ ਉਹਨਾਂ ਦੇ ਦਿਮਾਗ 'ਚ ਇਮੇਜ ਹੁੰਦੀ ਹੈ ਜਿੱਦਾਂ ਇੰਡੀਆ 'ਚ ਕੋਈ ਵੀ ਪੁਲਿਸ ਸਰਵਿਸ ਦੀ ਇਮੇਜ ਹੋਵੇ ਜੀ। ਇੱਥੇ ਦੀ ਪੁਲਿਸ ਬਹੁਤ ਹੀ ਡਿਫਰੈਂਟ ਹੈਗੀ ਆ। ਪਹਿਲੀ ਗੱਲ ਤਾਂ ਇਹ ਹੈਗੀ ਕਿ ਹਰ ਬੰਦੇ ਨੇ ਜਾਂ ਐਨੀ ਪਰਸਨ ਜਿਹਨੇ ਪੁਲਿਸ ਸਰਵਿਸ ਜੁਆਇਨ ਕਰਨੀ ਹੈ ਉਹਨੇ ਸੇਮ ਪੋਜੀਸ਼ਨ ਤੋਂ ਸ਼ੁਰੂ ਕਰਨਾ ਜੀ। ਮੈਨੂੰ ਪਤਾ ਇੰਡੀਆ 'ਚ ਡਿਫਰੈਂਟ ਪੋਜੀਸ਼ਨਸ ਤੁਸੀਂ ਸ਼ੁਰੂ ਕਰ ਸਕਦੇ ਹੋ, ਇੱਥੇ ਸੇਮ ਪੋਜੀਸ਼ਨ ਹੁੰਦੀ ਹੈ ਵਿਚ ਇਜ਼ ਕਾਂਸਟੇਬਲ ਜਾਂ ਰਿਕਰੂਟ ਕਾਂਸਟੇਬਲ ਜਿਹਨੂੰ ਆਪਾਂ ਕਹੀਦਾ। ਉੱਥੋਂ ਫਿਰ ਤੁਸੀਂ ਆਪਣੀ ਮੈਰਿਟ ਦੇ ਹਿਸਾਬ ਨਾਲ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਸੀਂ ਉੱਤੇ ਜਾ ਸਕਦੇ ਹੋ। ਬਲਕਿ ਜਿਹੜੇ ਆਪਣੇ ਚੀਫ ਨੇ ਉਹਨਾਂ ਨੇ ਵੀ ਸ਼ੁਰੂਆਤ ਕਾਂਸਟੇਬਲ ਤੋਂ ਹੀ ਕੀਤੀ ਸੀ ਜੀ ਜੀ। ਸੋ ਇਹ ਸਟੈਪ ਸਾਡਾ ਥੋੜਾ ਡਿਫਰੈਂਟ ਹੁੰਦਾ। ਮੈਂ ਸਟੈਪਾਂ ਦੇ ਉੱਪਰ ਵੀ ਆਉਣਾ, ਮੈਨੂੰ ਥੋੜਾ ਜਿਹਾ ਪਹਿਲਾਂ ਇਹੀ ਦੱਸੋ ਵੀ ਜਿਸ ਤਰ੍ਹਾਂ ਹੁਣ ਤੁਸੀਂ ਹੁਣ ਅੱਜ ਪਹੁੰਚੇ ਹੋਏ ਹੋ ਤੇ ਅੱਜ ਤੁਹਾਡੀ ਡਿਊਟੀ ਕਿੰਨੇ ਵਜੇ ਸ਼ੁਰੂ ਹੋਈ? ਅੱਜ ਮੇਰੀ ਡਿਊਟੀ ਸਵੇਰੇ ਸ਼ੁਰੂ ਹੋ ਗਈ ਸੀ। ਹਾਂਜੀ, ਮੇਰੇ ਸਵੇਰੇ ਮੇਰੇ 6 ਵਜੇ ਡਿਊਟੀ ਸ਼ੁਰੂ ਹੋ ਜਾਂਦੀ ਆ, ਕਦੀ 7 ਵਜੇ ਸਵੇਰੇ ਸ਼ੁਰੂ ਹੋ ਜਾਂਦੀ ਆ। ਅਗਰ 6 ਵਜੇ ਡਿਊਟੀ ਸ਼ੁਰੂ ਹੁੰਦੀ ਹੈ ਮਤਲਬ ਤੁਸੀਂ 6 ਵਜੇ ਤੁਸੀਂ ਗੱਡੀ 'ਚ ਬਹਿ ਜਾਣਾ। ਓਕੇ, ਤਾਂ ਮਤਲਬ ਤੁਸੀਂ 5 ਵਜੇ ਤਿਆਰ ਹੋਣਾ ਸ਼ੁਰੂ ਹੋਣਾ ਪੈਂਦਾ, ਤੁਹਾਨੂੰ ਸਾਰੀ ਆਪਣੀ ਵਰਦੀ ਪਾਣੀ ਪੈਂਦੀ ਆ। ਫਿਰ ਉਹ ਕਰਕੇ ਉਹ ਹਿਸਾਬ ਨਾਲ ਤੁਹਾਨੂੰ ਕੰਮ ਤੇ ਆਉਣਾ ਪੈਂਦਾ। 6 ਵਜੇ ਯੂ ਆਰ ਸਟਾਰਟਿੰਗ ਯੂਰ ਐਕਚੁਅਲ ਸ਼ਿਫਟ। ਤੇ ਕਿਸ ਤਰ੍ਹਾਂ ਦਾ ਤੁਹਾਡਾ ਸ਼ਡਿਊਲ ਰਹਿੰਦਾ ਹੈ? 2 ਦਿਨ ਆਫ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ, ਕਿਸ ਤਰ੍ਹਾਂ? ਹਾਂਜੀ, ਸਾਡੀ ਡਿਊਟੀ ਹੁੰਦੀ ਹੈ 4 ਦਿਨ ਦੀ ਡਿਊਟੀ ਹੁੰਦੀ ਹੈ ਜੀ। 4 ਦਿਨ ਸਾਡੇ ਔਨ ਹੁੰਦੇ ਨੇ ਤੇ 4 ਦਿਨ ਆਫ ਹੁੰਦੇ, 4 ਦਿਨ ਛੁੱਟੀ ਹੁੰਦੀ ਆ। ਜਿਹੜੇ 4 ਦਿਨ ਹੁੰਦੇ ਸਾਡੀ ਐਕਚੁਅਲੀ ਸ਼ਿਫਟ ਹੁੰਦੀ ਹੈ 12 ਘੰਟੇ ਦੀ। 12 ਘੰਟੇ 12 ਆਵਰ ਸ਼ਿਫਟ ਹੁੰਦੀ ਆ। ਤੇ 4 ਦਿਨਾਂ 'ਚ ਪਹਿਲੇ 2 ਦਿਨ ਜਿਹੜੇ ਹੁੰਦੇ ਨੇ ਉਹ ਡੇ ਸ਼ਿਫਟ ਹੁੰਦੇ ਨੇ ਤੇ ਬਾਕੀ 2 ਦਿਨ ਹੁੰਦੇ ਨੇ ਉਹ ਨਾਈਟ ਸ਼ਿਫਟ ਹੁੰਦੇ ਨੇ। ਤੁਹਾਡੀ ਨਾਈਟ ਸ਼ਿਫਟ ਸ਼ੁਰੂ ਹੋਗੀ ਫੋਰ ਐਗਜ਼ਾਮਪਲ ਅਗਰ ਤੁਸੀਂ ਉਸ ਆਪਣੇ ਟਾਈਮ ਟੇਬਲ 'ਚ ਹੈਗੇ ਹੋ ਕਿ 7 ਵਜੇ ਤੁਸੀਂ ਅਗਰ ਦਿਨ ਦੇ ਟਾਈਮ ਸ਼ੁਰੂ ਕਰਦੇ ਹੋ, ਨਾਈਟ ਸ਼ਿਫਟ ਤੁਹਾਡੀ 7 ਵਜੇ ਸ਼ਾਮੀ ਸ਼ੁਰੂ ਹੁੰਦੀ ਆ ਸਵੇਰੇ 7 ਵਜੇ ਤੱਕ। ਤੇ ਉਹ ਤੁਹਾਡੀ ਸ਼ਿਫਟ ਰਹੂਗੀ 4 ਔਨ 4 ਆਫ। ਤੇ ਰੰਧਾਵਾ ਜੀ ਹੁਣ ਸਾਨੂੰ ਇਹ ਵੀ ਦੱਸੋ ਕਿ ਜਿਹੜਾ ਅਗਰ ਕੋਈ ਬੱਚਾ ਪੁਲਿਸ ਦੇ ਵਿੱਚ ਆਉਣਾ ਚਾਹੁੰਦਾ ਹੈ ਤੇ ਬੇਸਿਕ ਰਿਕੁਆਇਰਮੈਂਟ ਕੀ ਹੁੰਦੀ ਹੈ? ਇਹ ਸਾਨੂੰ ਸਟੈਪ ਬਾਈ ਸਟੈਪ ਥੋੜਾ ਸਾਨੂੰ ਦੱਸੋ ਡਿਟੇਲ ਦੇ ਵਿੱਚ, ਕਿਉਂਕਿ ਬਾਹਰ ਅਸੀਂ ਪੜ੍ਹਦੇ ਨਹੀਂ ਹੈ, ਅਸੀਂ ਵੈਬਸਾਈਟ ਖੋਲ ਕੇ ਜਾਣਾ ਨਹੀਂ, ਉਹਦੇ ਉੱਪਰ ਅਸੀਂ ਉਰਾਂ ਪਰਾਂ ਤੋਂ ਸੁਣ ਲੈਣੀ ਹੈ ਤੇ ਅਸੀਂ ਆਪਣਾ ਗੋਲ ਸੈੱਟ ਕਰ ਲੈਣਾ। ਤੇ ਉਹ ਫਿਰ ਜਦੋਂ ਆਪਾਂ ਗੋਲ ਅਚੀਵ ਨਹੀਂ ਕਰ ਪਾਉਂਦੇ ਫਿਰ ਅਸੀਂ ਬਾਅਦ ਚ ਰਿਵਾਈਜ਼ ਕਰਦੇ ਹਾਂ ਅਸੀਂ ਕੀ ਸੋਚਦੇ ਸੀ ਤੇ ਬਣ ਕੀ ਗਿਆ। ਤੇ ਤੁਹਾਨੂੰ ਥੋੜਾ ਸਟੈਪ ਬਾਈ ਸਟੈਪ ਦੱਸੋ ਕਿ ਜਿਹੜਾ ਪੁਲਿਸ ਦੇ ਵਿੱਚ ਬੇਸਿਕ ਐਜੂਕੇਸ਼ਨ ਕੀ ਹੈ ਤੇ ਸਟੈਪ ਬਾਈ ਸਟੈਪ ਕਿਸ ਤਰ੍ਹਾਂ ਹਾਇਰ ਹੋਇਆ ਜਾ ਸਕਦਾ। ਤੇ ਕਮਲ ਜੀ ਉਹਦੇ 'ਚ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਇਹ ਕਹਾਂਗਾ ਕਿ ਅਗਰ ਕੋਈ ਕਿਸੇ ਨੂੰ ਲੱਗਦਾ ਕਿ ਉਹਨਾਂ ਨੂੰ ਪੁਲਿਸ ਜੁਆਇਨ ਕਰਨੀ ਆ, ਪੁਲਿਸ ਫੋਰਸ ਜੁਆਇਨ ਕਰਨੀ ਆ, ਪਲੀਜ਼ ਸਾਡੀ ਵੈਬਸਾਈਟ ਹੈਗੀ ਹੈ ਕੈਲਗਰੀ ਪੁਲਿਸ ਦੀ ਵੈਬਸਾਈਟ ਹੈਗੀ, ਉਹਦੇ ਸਾਰੇ ਜਿਹੜੇ ਮੈਂ ਸਟੈਪ ਦੱਸਣ ਵਾਲਾ ਤੁਹਾਨੂੰ ਉਹ ਸਾਰੇ ਸਟੈਪ ਉਹਦੇ 'ਚ ਹੈਗੇ ਨੇ। ਦੂਜੀ ਗੱਲ ਇਹ ਹੈਗੀ ਹੈ ਕਿ ਦੇ ਸ਼ੁੱਡ ਹੈਵ ਐਨ ਆਈਡੀਆ ਕਿ ਪੁਲਿਸਿੰਗ ਹੁੰਦੀ ਕੀ ਆ। ਮੈਂ ਕਾਫੀ ਵਾਰੀ ਮੈਂ ਲੋਕਾਂ ਨਾਲ ਮਜ਼ਾਕ ਵੀ ਕਰਦਾ ਬੈਠੇ ਬੈਠੇ, ਆਈ ਹੋਪ ਕੋਈ ਬੁਰਾ ਨਾ ਮੰਨੇ। ਜਿਹੜੀ ਪੁਲਿਸ ਦੇ ਬਾਰੇ ਆਪਾਂ ਦੇਖਦੇ ਟੀਵੀ 'ਚ, ਹਾਲੀਵੁੱਡ ਮੂਵੀਜ਼ 'ਚ ਜਾਂ ਆਪਾਂ ਆਪਣੇ ਬਾਲੀਵੁੱਡ ਮੂਵੀਜ਼ 'ਚ ਦੇਖਦੇ ਹਾਂ, ਉਹ ਪੁਲਿਸਿੰਗ ਨਹੀਂ ਹੁੰਦੀ। ਇਟਸ ਅ ਵੈਰੀ ਆਪਾਂ ਕਹਿ ਸਕਦੇ ਇੰਗਲਿਸ਼ 'ਚ ਸ਼ਬਦ ਹੁੰਦਾ ਗਲੋਰੀਫਾਈਡ ਵੇ ਆਫ ਪੁਲਿਸਿੰਗ। ਤੇ ਅਗਰ ਲੋਕੀ ਉਹ ਦੇਖ ਕੇ ਕਹਿੰਦੇ ਕਿ ਮੈਂ ਪੁਲਿਸ ਜੁਆਇਨ ਕਰਨੀ ਹੈ, ਮੇ ਬੀ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਪੁਲਿਸਿੰਗ ਹੁੰਦੀ ਕੀ ਆ। ਮੈਂ ਹੱਸਦਾ ਵੀ ਹੈਗਾ ਕਿ ਸਾਡੀ ਪੁਲਿਸਿੰਗ ਇਹ ਨਹੀਂ ਹੁੰਦੀ ਕਿ ਆਦੇ ਇਧਰ ਜਾਓ ਬਾਕੀ ਮੇਰੇ ਸਾਥ ਆਓ, ਇੱਥੇ ਨਹੀਂ ਹੁੰਦਾ। ਠੀਕ ਹੈ। ਤੇ ਉਹੀ ਕਰਕੇ ਦੇ ਸ਼ੁੱਡ ਹੈਵ ਅ ਗੁੱਡ ਆਈਡੀਆ ਕਿ ਪੁਲਿਸਿੰਗ ਹੁੰਦੀ ਕੀ ਆ, ਕਿਉਂਕਿ ਐਜ਼ ਅ ਕਾਂਸਟੇਬਲ ਤੁਸੀਂ ਹੀ ਸਾਰਾ ਕੁਝ ਕਰਨਾ, ਨਾ ਤੁਸੀਂ ਕਿਸੇ ਨੂੰ ਕਹਿਣਾ ਕਿ ਤੁਸੀਂ ਜਾ ਕੇ ਇੰਜ ਕਰੋ। ਇਹ ਤੁਸੀਂ ਐਜ਼ ਅ ਪੈਟਰੋਲ ਆਫਸਰ ਯੂ ਆਰ ਇਨ ਚਾਰਜ ਆਫ ਐਵਰੀਥਿੰਗ ਤੇ ਤੁਸੀਂ ਰਿਪੋਰਟਿੰਗ ਤੇ ਕਿਸੇ ਨੂੰ ਕਰਦੇ ਹੋ। ਤਾਂ ਹੀ ਸਾਨੂੰ ਟਿਕਟ ਲੈਣ ਵੇਲੇ ਬਾਬਾ ਟਾਈਮ ਲੱਗ ਜਾਂਦਾ। ਬਿਲਕੁਲ, ਜਿਹੜੇ ਕਾਂਸਟੇਬਲ ਨੇ ਉਹਨਾਂ ਨੇ ਹੀ ਸਾਰਾ ਕੁਝ ਕਰਨਾ। ਜਿੱਦਾਂ ਤੁਸੀਂ ਟਿਕਟ ਦੀ ਗੱਲ ਕੀਤੀ, ਟ੍ਰੈਫਿਕ ਇਨਫੋਰਸਮੈਂਟ, ਤੁਸੀਂ 911 ਕਾਲ ਕਰਦੇ ਹੋ, ਕਾਂਸਟੇਬਲਸ ਨੇ ਹੀ ਆਉਣਾ। ਕਦੀ ਸ਼ੂਟਿੰਗ ਹੁੰਦੀ ਹੈ ਉਹਦੇ 'ਚ ਵੀ ਕਾਂਸਟੇਬਲਸ ਨੇ ਆਉਣਾ। ਕੋਈ ਡੋਮੈਸਟਿਕ ਸਾਡੀ ਇਸ਼ੂ ਹੁੰਦੀ ਹੈ ਘਰ 'ਚ, ਘਰੇਲੂ ਜਿਹੜੇ ਮਾਮਲੇ ਹੁੰਦੇ ਨੇ, ਲੜਾਈ ਝਗੜੇ ਹੁੰਦੇ ਨੇ, ਉਹਦੇ 'ਚ ਵੀ ਕਾਂਸਟੇਬਲ ਨਹੀਂ ਆਉਣਾ, ਹੋਰ ਕਿਸੇ ਨੇ ਨਹੀਂ ਆਉਣਾ। ਇੱਕ ਚਲੋ ਮਜ਼ਾਕ ਵਾਲੀ, ਇੱਕ ਦੋ ਵਾਰੀ ਮੈਂ ਦੇਖਿਆ ਵੀ ਬੰਦੇ ਨੂੰ ਫੜ ਲਿਆ ਤੇ ਫੜਨ ਤੋਂ ਬਾਅਦ ਗੱਡੀ 'ਚ ਬਿਠਾ ਲਿਆ ਤੇ ਉਹ ਮੈਂ ਦੇਖੀ ਜਾਵਾਂ ਵੀ ਯਾਰ ਇਹ ਬੰਦੇ ਹੁਣ ਇਹਨੂੰ ਲੈ ਕੇ ਕਿਉਂ ਨਹੀਂ ਜਾਂਦੇ, ਫੜ ਤਾਂ ਲਿਆ ਹੁਣੇ ਤਾਂ ਜਾਣਾ। ਤੇ ਉਹ ਫਿਰ ਮੈਂ ਦੇਖੀ ਨਾ ਵੀ ਉਹ ਤਾਂ ਉਹ ਪੇਪਰ ਵਰਕ ਕਰਨ ਨੂੰ ਬੜਾ ਟਾਈਮ ਲੱਗ ਜਾਂਦਾ। ਬਿਲਕੁਲ ਸਾਡਾ ਪੇਪਰ ਵਰਕ ਵੀ ਕਾਫੀ ਹੁੰਦਾ। ਤੇ ਇਹ ਨਾ ਸੋਚੋ ਕਿ ਆਪਾਂ ਕਾਲ ਤੇ ਜਾ ਕੇ ਥੋੜਾ ਜੋ ਵੀ ਆਪਾਂ ਪੁਲਿਸਿੰਗ ਕਰਨੀ ਉਹਦੇ ਬਾਅਦ ਛੁੱਟੀ ਹੋ ਗਈ ਜੀ, ਇੰਜ ਨਹੀਂ ਹੁੰਦਾ। ਹਰ ਕਾਲ ਦੀ ਪੇਪਰ ਵਰਕ ਹੁੰਦਾ। ਤੇ ਤੁਸੀਂ ਐਪਲੀਕੇਸ਼ਨ ਦੀ ਗੱਲ ਕੀਤੀ, ਲੈਟਸ ਗੋ ਇਨਟੂ ਦੀ ਐਪਲੀਕੇਸ਼ਨ। ਸਾਡੀ ਐਪਲੀਕੇਸ਼ਨ ਪ੍ਰੋਸੈਸ ਕੀ ਹੁੰਦੀ। ਸਭ ਤੋਂ ਪਹਿਲਾਂ ਐਜੂਕੇਸ਼ਨ ਦੀ ਗੱਲ ਕਰੀਏ। ਸਾਡੀ ਕਮਿਊਨਿਟੀ 'ਚ ਕਾਫੀ ਭੁਲੇਖਾ ਜਿਹਾ ਹੈਗਾ ਕਿ ਤੁਹਾਨੂੰ ਕ੍ਰਿਮੀਨਲ ਜਸਟਿਸ ਦੀ ਡਿਗਰੀ ਕਰਨੀ ਚਾਹੀਦੀ ਹੈ ਜਾਂ ਡਿਪਲੋਮਾ ਕਰਨਾ ਚਾਹੀਦਾ। ਇਹ ਬਿਲਕੁਲ ਗਲਤ ਹੈ। ਤੁਹਾਨੂੰ ਕੋਈ ਕ੍ਰਿਮੀਨਲ ਜਸਟਿਸ ਦੀ ਡਿਗਰੀ ਹਾਸਲ ਕਰਨ ਦੀ ਲੋੜ ਨਹੀਂ, ਨਾ ਕੋਈ ਕੋਰਸ ਕਰਨ ਦੀ ਲੋੜ ਹੈ। ਐਂਡ ਇਹਦਾ ਕਾਰਨ ਇਹੀ ਹੈਗਾ ਕਿ ਇੱਥੇ ਜਦੋਂ ਤੁਹਾਡੀ ਭਰਤੀ ਹੋਊਗੀ, ਜਦੋਂ ਤੁਸੀਂ ਪਾਸ ਕਰ ਜਾਓਗੇ ਐਪਲੀਕੇਸ਼ਨ ਪ੍ਰੋਸੈਸ, ਇੱਥੇ ਤੁਹਾਨੂੰ ਸਾਰਾ ਕੁਝ ਸਿਖਾਉਣਾ ਹੀ ਆ। ਓਕੇ, ਫਰਮ ਸਟਾਰਟ।
ਤੇ ਉਹ ਜਿਹੜਾ ਕੁਝ ਆਪਾਂ ਕ੍ਰਿਮੀਨਲ ਜਸਟਿਸ ਦੇ ਵਿੱਚ ਪੜ੍ਹਨਾ ਹੈ ਜਾਂ ਫਿਰ ਉਹਦੇ ਨਾਲੋਂ ਬੈਟਰ ਤਾਂ ਇਹ ਹੈ ਵੀ ਕਿ ਇੱਥੇ ਜ਼ਿਆਦਾ ਵਧੀਆ ਸਿੱਖਿਆ ਜਾਊਗਾ। ਬਿਲਕੁਲ ਸਹੀ ਗੱਲ। ਜਿੱਦਾਂ ਮੈਂ ਕਦੀ ਕੋਈ ਕ੍ਰਿਮੀਨਲ ਜਸਟਿਸ ਪ੍ਰੋਗਰਾਮ ਦੀ ਮੈਂ ਕਦੀ ਨਾ ਕੋਈ ਕੋਰਸ ਕੀਤੇ, ਨਾ ਕੋਈ ਡਿਗਰੀ ਮੈਂ ਕੀਤੀ, ਨਾ ਮੈਨੂੰ ਕੋਈ ਆਈਡੀਆ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਤੁਹਾਡੀ ਤਾਂ ਲਾਈਨ ਸਟੱਡੀ ਵਾਲੀ ਬਿਲਕੁਲ ਡਿਫਰੈਂਟ ਰਹੀ ਹੈ, ਪਰ ਲੋਕਾਂ ਦੇ ਵਿੱਚ, ਬੱਚਿਆਂ ਦੇ ਵਿੱਚ ਇਹ ਹਮੇਸ਼ਾ ਇਹ ਬਣਿਆ ਹੁੰਦਾ ਕਿ ਅਸੀਂ +2 ਤੋਂ ਬਾਅਦ ਕ੍ਰਿਮੀਨਲ ਜਸਟਿਸ ਜਾਈਏ ਤੇ ਫਿਰ ਅਸੀਂ ਪੁਲਿਸ 'ਚ ਭਰਤੀ ਹੋ ਜਾਣਾ। ਹਾਂਜੀ ਹਾਂਜੀ, ਅਸੀਂ ਇਹੀ ਬੱਚਿਆਂ ਨੂੰ ਰეკਮੈਂਡ ਕਰਦੇ, ਸਪੈਸ਼ਲੀ ਨਵੇਂ ਜਿਹੜੇ ਐਪਲੀਕੈਂਟਸ ਹੈਗੇ ਨੇ, ਕਿ ਤੁਸੀਂ ਐਜੂਕੇਸ਼ਨ ਦੇ ਬਾਰੇ ਤੁਸੀਂ ਸੋਚੋ, ਬਟ ਡੋਂਟ ਥਿੰਕ ਅਬਾਊਟ ਕ੍ਰਿਮੀਨਲ ਜਸਟਿਸ। ਸਾਡੇ ਅੱਜ ਕੱਲ੍ਹ ਜਿਹੜੇ ਰਿਕਰੂਟਸ ਆ ਰਹੇ ਨੇ ਇਹ ਤੇ ਟੈਕਨੀਕਲ ਫੀਲਡ 'ਚ ਹੈਗੇ ਨੇ, ਇੰਜੀਨੀਅਰਿੰਗ ਫੀਲਡ 'ਚ ਹੈਗੇ ਨੇ, ਕੋਈ PhD ਵਾਲੇ ਵੀ ਹੈਗੇ ਨੇ, ਕੋਈ ਡਾਕਟਰਸ ਵੀ ਹੈਗੇ, ਲਾਇਰਸ ਹੈਗੇ ਨੇ, ਮਿਲਟਰੀ ਤੋਂ ਕਾਫੀ ਲੋਕੀ ਇੱਥੇ ਪੁਲਿਸ ਜੁਆਇਨ ਕਰਦੇ ਨੇ। ਇਹਨਾਂ ਕੋਲ ਕਿਸੇ ਕੋਲ ਵੀ ਕ੍ਰਿਮੀਨਲ ਜਸਟਿਸ ਦਾ ਕੋਈ ਐਜੂਕੇਸ਼ਨ ਨਹੀਂ ਗੀ ਤੇ ਉਹਦੀ ਲੋੜ ਨਹੀਂ ਹੁੰਦੀ। ਸੋ ਆਈ ਜਸਟ ਵਾਂਟ ਟੂ ਮੇਕ ਸ਼ੋਰ ਕਿ ਸਾਰੇ ਅੰਡਰਸਟੈਂਡ ਕਰਦੇ ਤੁਹਾਨੂੰ ਉਹ ਚੀਜ਼ ਦੀ ਲੋੜ ਨਹੀਂ ਹੁੰਦੀ। ਤੇ ਐਜੂਕੇਸ਼ਨ ਦੇ ਬਾਅਦ ਇੱਕ ਹੋਰ ਚੀਜ਼ ਤੁਹਾਡੀ ਐਪਲੀਕੇਸ਼ਨਸ ਦੇਖੀ ਜਾਊਗੀ, ਉਹਨੂੰ ਕਹਿੰਦੇ ਵੋਲੰਟੀਅਰ ਐਕਸਪੀਰੀਅੰਸ। ਤੁਹਾਡੀ ਕਮਿਊਨਿਟੀ ਕਮਿਟਮੈਂਟ ਕਿੰਨੀ ਆ, ਕਮਿਊਨਿਟੀ ਨਾਲ, ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਉਹ ਕਾਫੀ ਵੱਡੀ ਗੱਲ ਹੁੰਦੀ ਆ, ਕਿਉਂਕਿ ਹਾਇਰਿੰਗ ਬੇਸਡ ਹੁੰਦੀ ਹੈ ਐਜੂਕੇਸ਼ਨ, ਯੋਰ ਵੋਲੰਟੀਅਰ ਐਕਸਪੀਰੀਅੰਸ ਐਂਡ ਯੋਰ ਵਰਕ ਐਕਸਪੀਰੀਅੰਸ। ਵਲੰਟੀਅਰ ਐਕਸਪੀਰੀਅੰਸ ਦੇ ਵਿੱਚ ਦੱਸੋ ਜੀ, ਇਹਦੇ ਵਿੱਚ ਵੀ ਕਈ ਬੰਦਿਆਂ ਨੂੰ ਇਹ ਕਿ ਕਿਹੜੀਆਂ ਚੀਜ਼ਾਂ ਐਡ ਹੁੰਦੀਆਂ, ਕਿ ਇੱਕ ਕਿਸੇ ਧਾਰਮਿਕ ਸਥਾਨ ਦੇ ਉੱਪਰ ਜਾ ਕੇ ਸੇਵਾ ਕਰਨਾ ਉਹੀ ਵਲੰਟੀਅਰ ਹੈ, ਜਾਂ ਕਿਸੇ ਸੋਸ਼ਲ ਗੈਦਰਿੰਗ ਦੇ ਵਿੱਚ ਜਾ ਕੇ ਤੁਸੀਂ ਉੱਥੇ ਕੋਈ ਫੰਕਸ਼ਨ ਹੁੰਦਾ ਹੈ, ਕੋਈ ਕਲਚਰ ਹੁੰਦਾ ਹੈ, ਉੱਥੇ ਤੁਸੀਂ ਵਲੰਟੀਅਰ ਕਰਦੇ ਹੋ। ਤੇ ਇਹਦੇ ਵਿੱਚ ਵੀ ਦੱਸਿਓ ਵੀ ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਦੇਖੋ ਜੀ, ਪ੍ਰੈਫਰੈਂਸ ਕਿਸੇ ਇੱਕ ਗੱਲ ਨੂੰ ਨਹੀਂ ਦਿੱਤੀ ਜਾਂਦੀ, ਬਟ ਅਗਰ ਤੁਸੀਂ ਫੋਰ ਐਗਜ਼ਾਮਪਲ ਕਮਿਊਨਿਟੀ ਸੇਵਾ ਜਿੱਦਾਂ ਮੈਂ ਤੁਸੀਂ ਗੁਰਦੁਆਰੇ ਸਾਹਿਬ ਦੀ ਗੱਲ ਕੀਤੀ, ਉਹ ਦੈਟਸ ਗੁੱਡ, ਬਟ ਇੱਥੇ ਕਾਫੀ ਇਹੋ ਜਿਹੀ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ। ਅਗਰ ਤੁਸੀਂ ਉਹਨਾਂ ਨਾਲ ਵੋਲੰਟੀਅਰ ਕਰਦੇ ਹੋ, ਉਹ ਫਿਰ ਕਾਫੀ ਉਹਨਾਂ ਦੀ ਤੁਹਾਡੀ ਐਪਲੀਕੇਸ਼ਨ ਨੂੰ ਕਾਫੀ ਸਟਰੋਂਗ ਬਣਾਉਂਦੇ ਨੇ, ਉਹਦੀ ਐਕਸਪੀਰੀਅੰਸ, ਕਿਉਂਕਿ ਸਾਨੂੰ ਪਤਾ ਕਿ ਉਹ ਨਾਟ ਫॉर ਪ੍ਰੋਫਿਟ ਜਿਹੜੇ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਕਾਫੀ ਲੋੜ ਪੈਂਦੀ ਹੈ ਵੋਲੰਟੀਅਰਸ ਦੀ। ਗੁਰਦੁਆਰਾ ਸਾਹਿਬ 'ਚ ਤੁਸੀਂ ਵੋਲੰਟੀਅਰ ਕਰਦੇ ਹੋ, ਉਹ ਵੀ ਚੰਗੀ ਗੱਲ ਆ, ਕਿਸੇ ਇਵੈਂਟ 'ਤੇ ਤੁਸੀਂ ਵੋਲੰਟੀਅਰ ਕਰਦੇ ਹੋ, ਉਹ ਵੀ ਚੰਗੀ ਗੱਲ ਆ। ਤੇ ਇਹ ਨਾ ਸੋਚੋ ਕਿ ਮੈਂ ਕਿਹੜੇ ਵੋਲੰਟੀਅਰ ਆਰਗੇਨਾਈਜੇਸ਼ਨ ਕੋਲ ਜਾਵਾਂ, ਐਜ਼ ਲੌਂਗ ਐਜ਼ ਤੁਸੀਂ ਵੋਲੰਟੀਅਰ ਕਰਦੇ ਹੋ, ਕਿਉਂਕਿ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ 'ਚ ਸਾਰੀ ਇਨਫੋਰਮੇਸ਼ਨ ਪਾਓਗੇ, ਜਿਨ੍ਹਾਂ ਨਾਲ ਤੁਸੀਂ ਵੋਲੰਟੀਅਰ ਕੀਤਾ ਉਹਨਾਂ ਦੀ ਰੈਫਰੈਂਸ ਤੁਹਾਨੂੰ ਦੇਣੀ ਪੈਣੀ ਹੈ। ਫਿਰ ਕੈਲਗਰੀ ਪੁਲਿਸ ਨੇ ਉਹਨਾਂ ਨੂੰ ਕਾਲ ਕਰਕੇ ਵੀ ਪੁੱਛਣਾ ਕਿ ਹਾਂ ਵੀ ਇਹਨਾਂ ਨੇ ਵੋਲੰਟੀਅਰ ਦਾ ਦੱਸਿਆ, ਤੁਸੀਂ ਦੱਸੋ ਉਹਨਾਂ ਨੇ ਕੀਤਾ ਕੀ। ਤੇ ਅਗਰ ਕੋਈ ਵਲੰਟੀਅਰ ਕਰਨ ਜਾਂਦਾ, ਕਿ ਉੱਥੇ ਕੋਈ ਉਹ ਡਾਕੂਮੈਂਟ ਲੈ ਕੇ ਆਵੇ ਜਾਂ ਉੱਥੇ ਰਜਿਸਟਰਡ ਕਰਾ ਕੇ ਆਵੇ ਕਿ ਮੈਂ ਵਲੰਟੀਅਰ ਕੀਤਾ? ਨਹੀਂ, ਇਹਦੀ ਲੋੜ ਨਹੀਂ। ਤੁਸੀਂ ਐਜ਼ ਲੌਂਗ ਐਜ਼ ਤੁਸੀਂ ਆਪਣੀ ਐਪਲੀਕੇਸ਼ਨ 'ਚ ਇਹ ਚੀਜ਼ਾਂ ਲਿਖ ਸਕਦੇ ਹੋ। ਚਲੋ ਐਡਰੈਸ ਨਹੀਂ, ਅਗਰ ਤੁਹਾਨੂੰ ਆਰਗੇਨਾਈਜੇਸ਼ਨ ਦਾ ਨਾਮ ਪਤਾ, ਕੰਟੈਕਟ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਆ, ਬਾਕੀ ਸਾਡਾ ਕੰਮ ਹੈ ਅਸੀਂ ਦੇਖਣਾ ਕਿ ਤੁਸੀਂ ਕੀਤਾ ਕੀ ਹੈ। ਜੀ ਜੀ। ਤੇ ਥੋੜਾ ਸਾਨੂੰ ਸਟੈਪ ਵਾਈਜ਼ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ 10 ਕੁ ਸਟੈਪ ਹੁੰਦੇ ਆ, ਉਹ ਸਾਨੂੰ ਸਟੈਪ ਦੱਸੋ ਮਾੜਾ ਜਿਹਾ ਜੀ ਕਿਸ ਤਰ੍ਹਾਂ। ਓਕੇ ਜੀ, ਸਭ ਤੋਂ ਪਹਿਲਾਂ ਤੁਹਾਡੀ ਐਪਲੀਕੇਸ਼ਨ ਭਰੀ ਜਾਊਗੀ। ਐਪਲੀਕੇਸ਼ਨ ਤੁਹਾਡੀ ਅੱਜ ਕੱਲ੍ਹ ਆਨਲਾਈਨ ਹੈਗੀ ਆ ਜੀ, ਤੇ ਤੁਸੀਂ ਕੈਲਗਰੀ ਪੁਲਿਸ ਦੀ ਵੈਬਸਾਈਟ 'ਤੇ ਜਾ ਕੇ ਐਪਲੀਕੇਸ਼ਨ ਦੇਖ ਸਕਦੇ ਹੋ। ਇਹ ਐਪਲੀਕੇਸ਼ਨ ਕਾਫੀ ਡੀਟੇਲਡ ਹੁੰਦੀ ਆ, ਆਲਮੋਸਟ 100 ਪੇਜਸ ਐਂਡ ਅਬਵ ਜੀ, ਤੇ ਤੁਹਾਨੂੰ ਸਾਰਾ ਕੁਝ ਉਹਦੇ 'ਚ ਦੱਸਣਾ ਪੈਣਾ, ਸਪੈਸ਼ਲੀ ਆਫਟਰ ਦੀ ਏਜ ਆਫ 18 ਤੁਸੀਂ ਕਿੱਥੇ ਰਹਿੰਦੇ ਸੀ, ਕਿਹਨੂੰ ਮਿਲਦੇ ਸੀ, ਕਿਹਦੇ ਨਾਲ ਰਹਿੰਦੇ ਸੀ, ਇਹ ਸਾਰੀ ਉਹਨਾਂ ਦੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਪੈਣੀ। ਤੁਸੀਂ ਕਿੱਥੇ ਕੰਮ ਕਰਦੇ ਸੀ, ਕੰਮ ਦੇ ਰੈਫਰੈਂਸਿਸ ਤੁਹਾਨੂੰ ਦੇਣੇ ਪੈਣੇ, ਵੋਲੰਟੀਅਰ ਦੇ ਰੈਫਰੈਂਸਿਸ ਦੇਣੇ ਪੈਣੇ, ਐਂਡ ਸਭ ਤੋਂ ਇੰਪੋਰਟੈਂਟ ਤੁਸੀਂ ਵਰਕ ਐਕਸਪੀਰੀਅੰਸ ਜਿਹਦੀ ਮੈਂ ਗੱਲ ਕਰਦਾ, ਇਹ ਵਰਕ ਐਕਸਪੀਰੀਅੰਸ ਤੁਸੀਂ ਕਿਹੋ ਜਿਹਾ ਵਰਕ ਐਕਸਪੀਰੀਅੰਸ ਲਿਆ ਤੇ ਤੁਸੀਂ ਕਿਹਦੇ ਨਾਲ ਕੰਮ ਕੀਤਾ ਜੀ, ਉਹ ਸਾਰੀ ਚੀਜ਼ਾਂ ਤੁਹਾਨੂੰ ਲਿਖਣੀ ਪੈਣੀਆਂ। ਉਹਦੇ ਬਾਅਦ ਰੈਫਰੈਂਸਿਸ ਜਿਹੜੇ ਹੈਗੇ ਨੇ ਉਹ ਤੁਹਾਨੂੰ ਪਾਣੇ ਪੈਣੇ ਆ। ਤੁਸੀਂ ਜਿਨ੍ਹਾਂ ਨਾਲ ਰਹਿੰਦੇ ਸੀ ਉਹਨਾਂ ਦੀ ਇਨਫੋਰਮੇਸ਼ਨ ਪਾਣੀ ਪੈਣੀ। ਬੇਸ਼ੱਕ ਅਗਰ ਤੁਸੀਂ ਇੰਡੀਆ ਵੀ ਰਹਿੰਦੇ ਸੀ, ਉਹ ਵੀ ਇਨਫੋਰਮੇਸ਼ਨ ਤੁਹਾਨੂੰ ਪਾਣੀ ਪੈਣੀ ਹੈ, ਕਿਉਂਕਿ ਉਹ ਵੀ ਰੈਫਰੈਂਸ ਚੈੱਕ ਹੋਊਗੀ ਕਿ ਅਸੀਂ ਆਪਣੇ ਪੇਰੈਂਟਸ ਨਾਲ ਰਹਿੰਦੇ ਸੀ ਉੱਥੇ। ਪੇਰੈਂਟਸ ਨਹੀਂ, ਅਗਰ ਤੁਸੀਂ 18 ਇਅਰਸ ਦੇ ਓਵਰ ਤੁਸੀਂ ਹੁੰਦੇ ਹੋ ਤੇ ਉੱਥੇ ਕਿਸੇ ਨਾਲ ਰਹਿੰਦੇ ਸੀ ਜਾਂ ਪੇਰੈਂਟਸ ਨਾਲ, ਉਹ ਵੀ ਗੱਲ ਹੁੰਦੀ ਹੈ। ਤੁਸੀਂ ਕਿਹੜੇ ਜ਼ਿਲ੍ਹੇ 'ਚ ਰਹਿੰਦੇ ਸੀ, ਕਿਹੜੇ ਪਿੰਡ 'ਚ ਰਹਿੰਦੇ ਸੀ, ਉਹ ਵੀ ਸ਼ਾਇਦ ਪੁਲਿਸ 'ਚ ਰੈਫਰੈਂਸ ਚੈੱਕ ਕਰ ਸਕਦੇ ਹਾਂ ਅਸੀਂ। ਓਕੇ, ਇਹ ਜਿਹੜਾ ਬੈਕਗਰਾਉਂਡ ਚੈੱਕ ਕਰਦੇ ਹੋ, ਇਹ ਕਿੰਨੇ ਕੁ ਸਾਲਾਂ ਦਾ ਹੁੰਦਾ ਹੈ ਆਲਮੋਸਟ? ਇਹ ਫਰਮ ਏਜ ਆਫ 18, ਬਟ ਮੋਸਟਲੀ ਪਾਸਟ 5 ਇਅਰਸ ਤੁਸੀਂ ਕਿੱਥੇ ਸੀਗੇ। ਓਕੇ, ਪਾਸਟ 5 ਇਅਰਸ ਤੁਸੀਂ ਕਿੱਥੇ ਰਹਿੰਦੇ ਸੀ, ਕਿੱਥੇ ਤੁਸੀਂ ਤੁਹਾਡਾ ਰੈਜ਼ੀਡੈਂਸ, ਪ੍ਰਾਇਮਰੀ ਰੈਜ਼ੀਡੈਂਸ ਤੁਸੀਂ ਤੁਹਾਡਾ ਕਿੱਥੇ ਸੀਗਾ, ਉਹ ਗੱਲਾਂ ਹੁੰਦੀਆਂ। ਤੇ ਨੈਕਸਟ ਸਟੈਪ ਕੀ ਰਹਿੰਦਾ ਜੀ ਫਿਰ ਇਹਦੇ ਵਿੱਚ? ਓਕੇ, ਐਪਲੀਕੇਸ਼ਨ ਪ੍ਰੋਸੈਸ ਦੇ ਬਾਅਦ ਤੁਸੀਂ ਐਪਲੀਕੇਸ਼ਨ ਭਰੋਗੇ, ਤੁਹਾਡੀ ਐਪਲੀਕੇਸ਼ਨ ਸਟੈਪ ਨੰਬਰ 2 ਰਿਵਿਊ ਹੋਊਗੀ। ਉਹਨਾਂ ਨੇ ਇਹੀ ਦੇਖਣਾ ਕਿ ਤੁਹਾਡੀ ਆਰ ਯੂ ਅ ਗੁੱਡ ਫਿਟ, ਇਹ ਜਨਰਲ ਉਹਨਾਂ ਨੇ ਓਵਰਵਿਊ ਕਰਨਾ ਐਪਲੀਕੇਸ਼ਨ ਦਾ। ਉਹਦੇ ਬਾਅਦ ਸਟੈਪ ਨੰਬਰ 3 ਹੁੰਦਾ, ਉਹਨਾਂ ਨੇ ਤੁਹਾਨੂੰ ਕਾਲ ਕਰਨਾ ਰਿਟਨ ਟੈਸਟ ਲਈ ਜੀ। ਰਿਟਨ ਟੈਸਟ ਨੂੰ ਅੱਜ ਕੱਲ੍ਹ ਕਈ ਦਾ ਐਪਕੈਟ ਐਪਟੀਟਿਊਡ ਟੈਸਟ ਹੁੰਦਾ। ਅਗਰ ਤੁਸੀਂ ਇਹ ਐਪਟੀਟਿਊਡ ਟੈਸਟ ਰਿਟਨ ਟੈਸਟ ਪਾਸ ਕਰ ਜਾਂਦੇ ਹੋ, ਉਹਦੇ ਬਾਅਦ ਤੁਹਾਡਾ ਫਿਜ਼ੀਕਲ ਐਗਜ਼ਾਮ ਹੁੰਦਾ ਜੀ। ਤੇ ਫਿਜ਼ੀਕਲ ਐਗਜ਼ਾਮ ਇੱਥੇ ਹੀ ਇਨ ਹਾਊਸ ਹੁੰਦਾ ਸਾਡਾ ਸਾਰਾ ਕੁਝ। ਉਹਦੇ 'ਚ ਤੁਹਾਡੀ ਰਨਿੰਗ ਇਨਵੋਲਵਡ ਹੁੰਦੀ ਹੈ, ਬੇਸਿਕ ਕਾਰਡੀਓ,
ਲਿਫਟਿੰਗ ਥੋੜੀ ਇਨਵੋਲਵਡ ਹੁੰਦੀ ਹੈ, ਸਰਕਿਟ ਹੁੰਦਾ ਉਹ ਤੁਹਾਨੂੰ ਕਰਨਾ ਪੈਣਾ। ਸੋ ਇਹ ਚੀਜ਼ਾਂ ਸਾਰੇ ਦੇਖਦੇ ਆ। ਇਹ ਸਾਨੂੰ ਥੋੜਾ ਫਿਜ਼ੀਕਲ ਦੇ ਵਿੱਚ ਦੱਸੋ ਕਿ ਬੰਦਾ ਕਿੱਦਾਂ ਦਾ ਹੋਵੇ। ਦੇਖੋ ਜੀ, ਮੈਂ ਸਾਰਿਆਂ ਨੂੰ ਇਹੀ ਗੱਲ ਕਹਿੰਦਾ ਕਿ ਸਾਡੇ ਜਿਹੜੇ ਮੈਂ ਇਹ ਨਹੀਂ ਕਹਾਂਗਾ ਭੁਲੇਖਾ ਸਾਡਾ, ਬਟ ਜਿਹੜੀ ਸਾਡੇ ਦਿਮਾਗ 'ਚ ਗੱਲਾਂ ਹੁੰਦੀਆਂ ਕਿ ਹੱਟਾ ਕੱਟਾ 6 ਫੁੱਟ, ਤੁਸੀਂ ਪੁਲਿਸ ਪੱਖ ਤੋਂ ਭੁਲੇਖਾ ਕੱਢ ਵੀ ਸਕਦੇ ਹੋ, ਪੁਲਿਸ ਦੇ ਪੱਖ ਤੋਂ ਕੱਢ ਸਕਦੇ ਹੋ। ਤੇ ਇਹੀ ਗੱਲ ਨਹੀਂ ਹੁੰਦੀ ਕਿ ਬੰਦਾ ਹੱਟਾ ਕੱਟਾ ਜਿਮ ਜਾਂਦਾ 6 ਫੁੱਟ, ਇਹ ਸਾਡੇ ਪੁਲਿਸ ਇਹ ਨਹੀਂ ਹੁੰਦੀ। ਇਹ ਤੁਹਾਨੂੰ ਹੁੰਦਾ ਬੇਸਿਕਲੀ ਕਿ ਤੁਸੀਂ ਫਿਜ਼ੀਕਲੀ ਐਕਟਿਵ ਹੈਗੇ ਹੋ, ਕਿ ਤੁਸੀਂ ਭੱਜ ਸਕਦੇ ਹੋ, ਕਿਉਂਕਿ ਇਹ ਜੌਬ 'ਚ ਤੁਹਾਨੂੰ ਕਾਰਡੀਓ ਕਾਫੀ ਇੰਪੋਰਟੈਂਟ ਹੁੰਦੀ ਹੈ, ਸਟਰੈਂਥ ਟ੍ਰੇਨਿੰਗ ਇੰਪੋਰਟੈਂਟ ਹੁੰਦੀ ਹੈ। ਜਸਟ ਬਿਕੋਜ਼ ਤੁਸੀਂ ਸਟਰੈਂਥ ਟ੍ਰੇਨਿੰਗ ਕਰਦੇ ਹੋ, ਇਹਦਾ ਇਹ ਮਤਲਬ ਨਹੀਂ ਤੁਹਾਡੇ ਸਰੀਰ ਤੁਹਾਡਾ ਵੱਡਾ, ਤੁਸੀਂ ਮਸਲ ਤੁਹਾਡੇ ਕੋਲ ਹੈਗੇ ਨੇ। ਕਿਉਂਕਿ ਸਾਡਾ ਕੰਪੈਰੀਜ਼ਨ ਮਿਲਟਰੀ ਨਾਲ ਹੁੰਦਾ। ਤੁਸੀਂ ਅਗਰ ਮਿਲਟਰੀ ਨੂੰ ਦੇਖੋ, ਜਦੋਂ ਆਪਾਂ ਗੱਲ ਕਰਦੇ ਸੀ, ਤੁਸੀਂ ਆਪਣੇ ਫੌਜੀ ਸਿੱਖ ਰੈਜੀਮੈਂਟ ਤੇ ਦੇਖ ਲਓ, ਉਹ ਤੁਹਾਨੂੰ ਹੱਟੇ ਕੱਟੇ ਨਹੀਂ ਲੱਗਣਗੇ, ਬਟ ਉਹਨਾਂ ਦੀ ਸਟਰੈਂਥ ਜਿਹੜੀ ਹੁੰਦੀ ਆ ਉਹ ਆਈ ਡੋਂਟ ਥਿੰਕ ਕੋਈ ਪਾਸ ਕਰ ਸਕਦਾ। ਤੇ ਉਹ ਚੀਜ਼ ਦੇ ਬਾਰੇ ਆਪਾਂ ਗੱਲ ਕरें, ਸਟਰੈਂਥ ਟ੍ਰੇਨਿੰਗ ਦੀ ਆਪਾਂ ਗੱਲ ਕਰਦੇ ਹਾਂ। ਠੀਕ ਹੈ ਹਾਂਜੀ। ਤੇ ਇਸ ਤੋਂ ਬਾਅਦ ਨੈਕਸਟ ਸਟੈਪ ਕੀ ਹੁੰਦਾ ਜੀ? ਇਹਦੇ ਬਾਅਦ ਅਗਰ ਤੁਸੀਂ ਇਹ ਸਟੈਪ ਪਾਸ ਕਰ ਜਾਂਦੇ ਹੋ, ਤੁਹਾਡੀ ਇੰਟਰਵਿਊ ਹੋਗੀ ਤੁਹਾਡੇ ਫਾਈਲ ਮੈਨੇਜਰ ਨਾਲ। ਇਹ ਇੰਟਰਵਿਊ 'ਚ ਇਹੀ ਹੋਊਗਾ ਕਿ ਜਿਹੜੀ ਚੀਜ਼ਾਂ ਤੁਸੀਂ ਆਪਣੇ ਐਪਲੀਕੇਸ਼ਨ ਫਾਰਮ 'ਚ ਭਰੀਆਂ, ਜਿਹੜੀ ਵੀ ਐਪਲੀਕੇਸ਼ਨ ਤੁਸੀਂ ਇਨਫੋਰਮੇਸ਼ਨ ਭਰੀ ਆ, ਉਹ ਚੈੱਕ ਕਰਨਗੇ ਕਿ ਦੱਸੋ ਜੀ ਇਹ ਗੱਲ ਤੁਸੀਂ ਦੱਸੀ ਆ ਇਹ ਸੱਚ ਹੈ ਕਿ ਨਹੀਂ। ਉਹ ਤੁਹਾਡੀ ਜਨਰਲ ਇੰਟਰਵਿਊ ਹੁੰਦੀ ਆ। ਅਗਰ ਇਹ ਸਟੈਪ ਤੁਸੀਂ ਪਾਸ ਕਰ ਜਾਂਦੇ ਹੋ, ਉਹਦੇ ਬਾਅਦ ਤੁਹਾਡੀ ਪੈਨਲ ਇੰਟਰਵਿਊ ਹੁੰਦੀ ਹੈ। ਪੈਨਲ ਇੰਟਰਵਿਊ ਸਾਡੇ ਹੁੰਦੇ ਨੇ, ਕੈਲਗਰੀ ਪੁਲਿਸ ਦੇ ਆਫਸਰਸ ਹੁੰਦੇ ਨੇ, ਸੀਨੀਅਰ ਆਫਸਰਸ ਹੁੰਦੇ ਨੇ, ਉਹਨਾਂ ਨੇ ਤੁਹਾਡੇ ਨਾਲ ਬੈਠਣਾ। ਨਾਰਮਲੀ 3 ਆਫਸਰਸ ਇਨਵੋਲਵਡ ਹੁੰਦੇ ਨੇ। ਤੁਹਾਡੀ ਇੰਟਰਵਿਊ ਹੋਊਗੀ, ਤੁਹਾਨੂੰ ਕੁਐਸਚਨਸ ਪੁੱਛੇ ਜਾਣਗੇ। ਉਹਨਾਂ ਦਾ ਕੁਐਸਚਨਸ ਦਾ ਆਨਸਰ ਜਿਹੜਾ ਹੁੰਦਾ, ਇੱਕ ਸਟਾਰ ਫਾਰਮੈਟ ਜਿਹਨੂੰ ਆਪਾਂ ਕਹਿੰਦੇ, ਉਹ ਤੁਹਾਨੂੰ ਫੋਲੋ ਕਰਨਾ ਪੈਣਾ। ਬਾਏ ਦ ਵੇ ਇਹਦੀ ਟ੍ਰੇਨਿੰਗ ਵੀ ਅਸੀਂ ਦਿੰਦੇ, ਅਗਰ ਕਿਸੇ ਨੂੰ ਐਪਲੀਕੇਸ਼ਨ ਭਰਨੀ ਹੋਏ, ਇੰਟਰਵਿਊ ਦੀ ਟ੍ਰੇਨਿੰਗ ਵੀ ਆਪਾਂ ਅੱਜ ਕੱਲ੍ਹ ਦੇ ਰਹੇ ਹਾਂ। ਸੋ ਅਗਰ ਕੋਈ ਐਪਲੀਕੈਂਟ ਹੈਗਾ, ਉਹਨਾਂ ਨੂੰ ਲੱਗਦਾ ਕਿ ਇੰਟਰਵਿਊ ਦੀ ਕੋਈ ਪ੍ਰੋਬਲਮ ਹੈਗੀ ਹੈ, ਵੀ ਕੈਨ ਆਲਵੇਜ਼ ਗਿਵ ਦੈਮ ਦ ਟ੍ਰੇਨਿੰਗ। ਵੰਸ ਯੂ ਪਾਸ ਦੈਟ ਪੈਨਲ ਇੰਟਰਵਿਊ, ਉਹਦੇ ਬਾਅਦ ਤੁਹਾਡੀ ਹੋਗੀ ਸਾਈਕੋਲੋਜੀਕਲ ਟੈਸਟਿੰਗ। ਸਾਈਕੋਲੋਜੀਕਲ ਟੈਸਟਿੰਗ ਕਾਫੀ ਲੰਬੀ ਟੈਸਟਿੰਗ ਹੁੰਦੀ ਹੈ। ਇਟਸ ਐਕਚੁਅਲੀ ਮਲਟੀਪਲ ਚੋਇਸ ਕੁਐਸਚਨਸ ਹੁੰਦੇ ਨੇ। ਆਲਮੋਸਟ ਮੈਨੂੰ ਯਾਦ ਹੈ 5-6 ਘੰਟੇ ਲੱਗੀ ਜਾਂਦੇ ਨੇ, ਅਤੇ ਕਾਫੀ ਇੰਟੈਂਸਿਵ ਕਾਫੀ ਟੈਸਟ ਹੁੰਦਾ, ਜਿੱਥੇ ਸਵਾਲ ਪੁੱਛੇ ਜਾਣਗੇ ਜਸਟ ਟੂ ਫਿਗਰ ਆਊਟ ਵਾਟ ਕਾਈਂਡ ਆਫ ਪਰਸਨ ਯੂ ਆਰ। ਤੁਹਾਡੀ ਕਹਿਣਾ ਚਾਹੀਦਾ ਪਰਸਨੈਲਿਟੀ ਕਾਈਂਡ ਆਫ ਜੱਜ ਕਰ ਸਕਦੇ ਹੋ ਤੁਸੀਂ ਕਿਹੋ ਜਿਹੇ ਹੈਗੇ, ਤੁਸੀਂ ਸੱਚ ਗੱਲ ਦੱਸਦੇ ਹੋ ਕਿ ਨਹੀਂ। ਇਹ ਸਟੈਪ ਤੁਸੀਂ ਪਾਸ ਕਰ ਜਾਂਦੇ, ਉਹਦੇ ਬਾਅਦ ਤੁਹਾਡੀ ਪੋਲੀਗ੍ਰਾਫ ਟੈਸਟਿੰਗ ਹੁੰਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਲਾਈ ਡਿਟੈਕਟਰ ਟੈਸਟ। ਇਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ ਸਿੰਪਲ ਭਾਸ਼ਾ 'ਚ, ਕਿਉਂਕਿ ਆਮ ਬੰਦੇ ਨੂੰ ਗੱਲ ਸਮਝ ਵੀ ਨਹੀਂ ਲੱਗਦੀ। ਇਹ ਲਾਈ ਡਿਟੈਕਟਰ ਟੈਸਟ ਜਿੱਦਾਂ ਮੂਵੀਜ਼ 'ਚ ਆਪਾਂ ਦੇਖਦੇ ਆ, ਬੈਠੇ ਤੁਸੀਂ ਹੁੰਦੇ, ਤੁਹਾਨੂੰ ਕੋਈ ਨੋਟਸ ਲਾਏ ਹੁੰਦੇ ਨੇ, ਅਤੇ ਤੁਹਾਨੂੰ ਕੁਐਸਚਨ ਉਹ ਪੁੱਛਣਗੇ। ਤੁਹਾਨੂੰ ਕੁਐਸਚਨ ਪੁੱਛੇ ਜਾਣਗੇ ਜਿਹੜੇ ਐਪਲੀਕੇਸ਼ਨ ਫਾਰਮ 'ਚ ਤੁਸੀਂ ਭਰੇ ਨੇ। ਜਿਹੜਾ ਫੀਡਬੈਕ ਤੁਸੀਂ ਦਿਓਗੇ, ਉਹਦੇ ਤੋਂ ਉਹਨਾਂ ਨੂੰ ਪਤਾ ਲੱਗ ਜਾਣਾ ਉਹ ਤੁਸੀਂ ਜੋ ਸਵਾਲ ਦਾ ਜਵਾਬ ਜਿਹੜਾ ਦਿੱਤਾ ਸਹੀ ਸੀ ਕਿ ਨਹੀਂ। ਤੇ ਕਾਫੀ ਮੇਰੇ ਲਈ ਉਹ ਸਭ ਤੋਂ ਸਟ੍ਰੈਸਫੁਲ ਗੱਲ ਸੀ ਕਿ ਮੈਨੂੰ ਇਹ ਨਹੀਂ ਪਤਾ ਸੀ ਕੀ ਨਿਕਲ ਜਾਓ, ਕਿ ਮੈਨੂੰ ਤਾਂ ਸੀਗਾ ਜਿਹੜੀ ਗੱਲ ਸੀਗੀ ਮੈਂ ਦੱਸਦੀ। ਜੋ ਲਿਖਿਆ ਉਹ ਇਹਦੇ ਵਿੱਚ ਬੋਲਣਾ ਨਹੀਂ ਪੈਂਦਾ, ਉਹ ਆਪਣੇ ਆਪ ਪਸੰਦ ਨਾ ਬੋਲਣਾ ਪੈਂਦਾ, ਤੁਹਾਨੂੰ ਆਨਸਰ ਦੇਣਾ ਪੈਣਾ। ਤੇ ਜਿਹੜਾ ਆਨਸਰ ਦਿੰਦੇ, ਉਹ ਜਿਹੜਾ ਫੀਡਬੈਕ ਆਉਂਦਾ, ਉਹਦੇ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕੀ ਗੱਲ ਹੋ ਰਹੀ ਹੈ ਇੱਥੇ, ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਝੂਠ ਬੋਲ ਰਹੇ ਹੋ ਜੀ। ਤੇ ਇਹ ਲਾਈ ਡਿਟੈਕਟਰ ਟੈਸਟ ਕਾਫੀ ਲੋਕਾਂ ਨੂੰ ਡਰ ਲੱਗਦਾ ਇਹਦੇ ਤੋਂ, ਬਟ ਇਹ ਅਗਰ ਤੁਸੀਂ ਐਪਲੀਕੇਸ਼ਨ 'ਚ ਸਹੀ ਇਨਫੋਰਮੇਸ਼ਨ ਦਿੱਤੀ ਆ, ਤੁਹਾਨੂੰ ਕਦੀ ਕੋਈ ਡਰ ਨਹੀਂ ਹੋਣਾ ਚਾਹੀਦਾ। ਕਿਉਂਕਿ ਅਸੀਂ ਇਹੀ ਕਹਿੰਦੇ, ਜੋ ਮਰਜ਼ੀ ਤੁਹਾਡੇ ਕੋਲ ਜੋ ਇਸ਼ੂਜ਼ ਤੁਹਾਡੀ ਹੈਗੀਆਂ ਦੱਸ ਦਿਓ। ਇਟਸ ਬੈਟਰ ਟੂ ਬੀ ਅਪ ਫਰੰਟ, ਜਿਹਨੂੰ ਕਹੀਦਾ ਸਾਰੀ ਇਨਫੋਰਮੇਸ਼ਨ ਤੁਸੀਂ ਦੱਸ ਦਿਓ। ਇੰਝ ਨਾ ਹੋਏ ਕਿ ਤੁਸੀਂ ਇਨਫੋਰਮੇਸ਼ਨ ਦੱਸੀ ਨਹੀਂ, ਬਾਅਦ 'ਚ ਜਾ ਕੇ ਸਾਨੂੰ ਰੈਫਰੈਂਸ ਚੈੱਕ 'ਚ ਪਤਾ ਲੱਗ ਜਾਵੇ ਕਿ ਤੁਸੀਂ ਇਨਫੋਰਮੇਸ਼ਨ ਦੱਸੀ ਨਹੀਂ, ਉਦੋਂ ਫਿਰ ਕਾਫੀ ਪ੍ਰੋਬਲਮ ਆ ਜਾਂਦੀਆਂ। ਉਦੋਂ ਡੈਫਰਲ ਹੋ ਜਾਂਦੀ। ਡੈਫਰ ਮਤਲਬ ਤੁਹਾਨੂੰ ਦੱਸਿਆ ਜਾਂਦਾ ਕਿ ਤੁਸੀਂ ਉਹਨੂੰ ਅਪਲਾਈ ਨਹੀਂ ਕਰ ਸਕਦੇ। ਠੀਕ ਹੈ, ਪੁਲਿਸ 'ਚ ਇਹ ਝੂਠ ਬੋਲਿਆ। ਹਾਂਜੀ ਬਿਲਕੁਲ। ਇੱਕ ਵਾਰੀ ਤੁਹਾਡੀ ਪੋਲੀਗ੍ਰਾਫ ਐਗਜ਼ਾਮੀਨੇਸ਼ਨ ਤੁਹਾਡਾ ਹੋ ਜਾਂਦਾ, ਉਹਦੇ ਬਾਅਦ ਤੁਹਾਡੀ ਬੇਸਿਕਲੀ ਤੁਸੀਂ ਆਲ ਦ ਸਟੈਪਸ ਤੁਸੀਂ ਪਾਸ ਕਰ ਗਏ। ਹੁਣ ਤੁਹਾਡੀ ਫਾਈਲ ਜਾਊਗੀ ਰਿਵਿਊ ਲਈ। ਬੋਰਡ ਮੈਂਬਰਸ ਹੋਣਗੇ, ਉਹਨਾਂ ਨੇ ਤੁਹਾਡੀ ਫਾਈਲ ਦੇਖਣੀ ਆ, ਅਤੇ ਬਾਕੀ ਜਿਹੜੇ ਕੈਂਡੀਡੇਟਸ ਨੇ ਜਿਹੜੇ ਪਾਸ ਹੋਏ ਨੇ, ਸਾਰਿਆਂ ਦੀ ਫਾਈਲ ਆਊਗੀ। ਹੁਣ ਇਸ ਸਟੈਪ 'ਤੇ ਇੰਪੋਰਟੈਂਟ ਜਿਹੜੀ ਗੱਲ ਹੈਗੀ ਹੈ, ਜਿਹੜੀ ਕਰੂਸ਼ਲ ਗੱਲ ਹੈਗੀ ਹੈ, ਜਿੱਦਾਂ ਆਪਾਂ ਪਹਿਲਾਂ ਗੱਲ ਕਰੀ, ਤੁਹਾਡੀ ਐਜੂਕੇਸ਼ਨ ਦੀ ਗੱਲ ਆਉਂਦੀ ਆ। ਲੈਟਸ ਸੇ ਅਗਰ 2 ਕੈਂਡੀਡੇਟਸ ਨੇ, ਜਿਹਦਾ ਇੱਕ ਕੈਂਡੀਡੇਟ B ਕੋਲ ਐਜੂਕੇਸ਼ਨ ਨਹੀਂ, ਕਿ ਕੈਂਡੀਡੇਟ A ਕੋਲ ਐਜੂਕੇਸ਼ਨ ਹੈਗੀ ਆ, ਓਬਵੀਅਸਲੀ ਉਹਨਾਂ ਨੇ ਕੈਂਡੀਡੇਟ A ਨੂੰ ਪ੍ਰੈਫਰ ਕਰਨਾ ਕਿ ਬੇਸਡ ਔਨ ਦ ਐਜੂਕੇਸ਼ਨ ਪੁਆਇੰਟਸ। ਠੀਕ ਹੈ, ਮਤਲਬ ਇਹ ਸਾਰੇ 10 ਸਟੈਪ ਕਲੀਅਰ ਕਰਨ ਤੋਂ ਬਾਅਦ ਫਿਰ ਤੁਹਾਡੀਆਂ ਫਾਈਲਾਂ ਬਣ ਜਾਂਦੀਆਂ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਆਪਾਂ ਗੱਲ, ਚਲੋ ਬੇਸਿਕ ਐਜੂਕੇਸ਼ਨ ਦਾ +2 ਹੈ। ਹਾਂਜੀ। ਪਰ ਅਗਰ ਤੁਸੀਂ ਗ੍ਰੈਜੂਏਸ਼ਨ ਹੋ ਜਾਂ ਤੁਸੀਂ ਮਾਸਟਰ ਕੀਤੀ ਹੋਈ ਹੈ, ਤੇ ਜਾਂ ਤੁਹਾਡਾ ਵਲੰਟੀਅਰ ਜ਼ਿਆਦਾ ਹੈ, ਐਂਡ ਆਫ ਦਾ ਟਾਈਮ ਉਹ ਸਾਰਾ ਕੁਝ ਕਲੱਬ ਕਰਕੇ ਤੁਹਾਨੂੰ ਇਹ ਦੇਖਿਆ ਜਾਣਾ ਕਿ
ਕਿਸ ਦਾ ਸਕੋਰ ਜ਼ਿਆਦਾ ਹੈ। ਬਿਲਕੁਲ 100%। ਤੇ ਇਹ ਫਿਰ ਇਹ ਹੈ ਕਿ ਜਿੱਦਾਂ ਪੋਸਟਾਂ ਮੰਨ ਲਓ ਹੁਣ 20 ਪੋਸਟਾਂ ਹੋਣ, ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈਂਦੇ ਹਾਂ, ਹਾਂਜੀ, ਤੇ ਇੱਥੇ ਤੁਸੀਂ ਐਪਲੀਕੈਂਟ 20 ਲੈਂਦੇ ਹੋ ਜਾਂ ਉਸ ਤੋਂ ਵੱਧ ਲੈ ਲੈਂਦੇ ਹੋ? ਦੇਖੋ ਜੀ, ਸਾਡੀ ਰਿਕਰੂਟ ਕਲਾਸ ਜਦੋਂ ਸ਼ੁਰੂ ਹੁੰਦੀ ਹੈ 24 ਹੁੰਦੀ ਸਾਡੀ ਰਿਕਰੂਟ ਕਲਾਸ ਦੀ ਸਟਰੈਂਥ ਜੀ। 24 ਕੈਂਡੀਡੇਟਸ ਨੂੰ ਚੂਜ਼ ਕੀਤਾ ਜਾਊਗਾ। ਉਹ 24 ਫਾਈਲਾਂ ਸਾਡੇ ਕੋਲ ਆਣੀ ਚਾਹੀਦੀ, ਜ਼ਿਆਦਾ ਫਾਈਲਾਂ ਆਉਂਦੀਆਂ, ਕਦੀ ਕਦੀ ਐਪਲੀਕੈਂਟਸ ਜ਼ਿਆਦਾ ਹੁੰਦੇ ਨੇ, ਬਟ ਉਹਨਾਂ ਨੇ ਚੂਜ਼ 24 ਫॉर ਦ ਨੈਕਸਟ ਕਲਾਸ। ਉਹਦੇ ਬਾਅਦ ਹੋਰ ਵੀ ਕਲਾਸਿਸ ਹੁੰਦੀਆਂ, ਅਗਰ ਤੁਹਾਡੀ ਇੱਥੇ ਵਾਰੀ ਨਹੀਂ ਆਉਂਦੀ ਸ਼ਾਇਦ ਬਾਅਦ 'ਚ ਵੀ ਵਾਰੀ ਆ ਸਕਦੀ ਹੈ, ਤੇ ਇਹਦਾ ਇਹ ਮਤਲਬ ਨਹੀਂ ਤੁਸੀਂ ਇੱਥੇ ਤੁਹਾਡੀ ਵਾਰੀ ਨਹੀਂ ਆਈ ਬਾਅਦ 'ਚ ਨਹੀਂ ਆਣੀ। 24 ਐਪਲੀਕੈਂਟਸ ਉਹਨਾਂ ਨੂੰ ਚੂਜ਼ ਕਰਨਾ। ਚੂਜ਼ ਕਰਨ ਦੇ ਬਾਅਦ ਅਗਰ ਉਹਨਾਂ ਨੂੰ ਲੱਗਦਾ ਯੂ ਆਰ ਅ ਗੁੱਡ ਫਿਟ, ਉਹਨਾਂ ਨੂੰ ਇਹ ਵੀ ਲੱਗਣਾ ਚਾਹੀਦਾ ਯੂ ਆਰ ਅ ਗੁੱਡ ਫਿਟ ਫॉर ਦ ਜੌਬ। ਉਹਨਾਂ ਨੇ ਤੁਹਾਨੂੰ ਇਹ ਕਹਿਣਾ ਕਿ ਇਹ ਤੁਹਾਡੀ ਆਫਰ ਲੈਟਰ ਹੈਗੀ ਆ, ਪਲੀਜ਼ ਕਮ ਐਂਡ ਜੁਆਇਨ ਆਰ ਰਿਕਰੂਟ ਕਲਾਸ। ਜੀ। ਤੇ ਇਹ ਤਾਂ ਚਲੋ ਤੁਸੀਂ ਹਾਇਰਿੰਗ ਦਾ ਬੜਾ ਸੋਹਣਾ ਤਰੀਕੇ ਨਾਲ ਤੁਸੀਂ ਦੱਸ ਦਿੱਤਾ। ਤੇ ਇੱਕ ਤਾਂ ਹੈ ਕਿ ਅਸੀਂ ਪੰਜਾਬ 'ਚ ਤਾਂ ਅਸੀਂ ਸਮਝ ਲੈ ਲੈਂਦੇ ਹਾਂ ਵੀ ਸਟਾਰ ਦੇਖ ਕੇ ਦੱਸ ਦਿੰਦੇ ਹਾਂ ਅਸੀਂ ਇਹ ASI ਹੈ, SHO ਹੈ, SP ਹੈ, DSP ਹੈ, ਕੋਈ ਕੌਣ ਆ। ਤੇ ਇੱਥੇ ਸਾਨੂੰ ਬੜਾ ਜੱਜ ਕਰਨਾ ਬੰਦਾ ਕਈ ਵਾਰੀ ਔਖਾ ਜਿਹਾ ਲੱਗਦਾ ਹੈ ਵੀ ਯਾਰ ਇਹਦੀ ਅਗਰ ਪੋਜੀਸ਼ਨ ਕੀ ਹੋ ਸਕਦੀ ਹੈ ਇਸ ਆਫੀਸਰ ਦੀ। ਤੇ ਚਲੋ ਇਹ ਕਈ ਵਾਰ ਸਾਨੂੰ ਲੋੜ ਤਾਂ ਨਹੀਂ ਹੁੰਦੀ, ਬਸ ਬੇਸਿਕ ਅਗਰ ਦੋ ਬੰਦੇ ਅਸੀਂ ਖੜੇ ਹਾਂ ਤੇ ਅਸੀਂ ਬੰਦੇ ਨੂੰ ਦੇਖਣਾ ਹੋਵੇ ਕਿ ਇਹ ਬੰਦਾ ਕਿਹੜੀ ਪੋਜੀਸ਼ਨ ਤੇ ਹੋਊਗਾ। ਸਾਨੂੰ ਇਹ ਥੋੜ੍ਹਾ ਜਿਹਾ ਦੱਸੋ ਸਟੈਪ ਬਾਈ ਸਟੈਪ ਕਿ ਆਫੀਸਰ ਦੇ ਵਿੱਚ ਅਗਰ ਕਿਹੜੇ ਇਹਦੇ ਵਿੱਚ ਰੈਂਕ ਹੁੰਦੇ ਆ, ਤੇ ਅਗਰ ਅਪ ਤੁਸੀਂ ਜਾਂਦੇ ਹੋ ਅਗਲੇ ਰੈਂਕ ਦੇ ਲਈ ਜਾਂਦੇ ਹੋ, ਜਾਂ ਕਹਿ ਲਓ ਵੀ ਜਿਸ ਤਰ੍ਹਾਂ ਮੈਂ ਗੱਲ ਪਹਿਲਾਂ ਕੀਤੀ ਹੈ ਕਿ ਅਗਰ ਕੋਈ ਕਹਿੰਦਾ ਯਾਰ ਮੈਂ ਤਾਂ MBBS ਕਰ ਲਈ ਹੈ ਤੇ ਮੈਂ ਤਾਂ ਜੀ ਮਤਲਬ ਕਾਂਸਟੇਬਲ ਤੋਂ ਨਹੀਂ ਸ਼ੁਰੂ ਕਰਨਾ, ਮੈਂ ਤਾਂ ਸਿੱਧਾ SHO ਹੀ ਭਰਤੀ ਹੋਣਾ, ਤੇ ਉਹ ਦੱਸੋ ਸਾਨੂੰ ਮਾੜਾ ਜਿਹਾ। ਇਹ ਵੀ ਸ਼ੰਕਾ ਹੈ ਨਾ ਲੋਕਾਂ ਨੂੰ, ਇਹ ਨਹੀਂ ਪਤਾ ਕਿ। ਹਾਂਜੀ ਬਿਲਕੁਲ, ਵੈਰੀ ਗੁੱਡ ਕੁਐਸਚਨ। ਸੋ ਇਹਦਾ ਇਹੀ ਹੁੰਦਾ ਕਿ ਕੈਨੇਡਾ ਦੀ ਗੱਲ ਕਰੀਏ ਆਪਾਂ, ਕੈਨੇਡਾ 'ਚ ਅਗਰ ਤੁਸੀਂ ਕਿਸੇ ਵੀ ਪੁਲਿਸ ਸਰਵਿਸ ਜੁਆਇਨ ਕਰਨੀ ਹੈ ਤੁਹਾਡੀ ਆਲਵੇਜ਼ ਸ਼ੁਰੂਆਤ ਕਾਂਸਟੇਬਲ ਤੋਂ ਹੋਊਗੀ। ਤੇ ਕਾਂਸਟੇਬਲ ਇਹੀ ਜੇ ਆਫਸਰਸ ਨੇ, ਵੈਸੇ ਆਪਾਂ ਕਹਿੰਦੇ ਕਾਂਸਟੇਬਲ ਬਟ ਵੀ ਆਰ ਕੰਸੀਡਰ ਪੁਲਿਸ ਆਫਸਰਸ, ਕਿਉਂਕਿ ਜਦੋਂ ਤੁਹਾਨੂੰ ਬੈਚ ਦਿੱਤਾ ਜਾਂਦਾ ਦੈਟਸ ਯੋਰ ਕਮਿਸ਼ਨਿੰਗ, ਤੁਹਾਨੂੰ ਬੈਚ ਦਿੱਤਾ ਗਿਆ। ਤੇ ਵੀ ਕੈਨ ਬੀ ਕਾਲਡ ਪੁਲਿਸ ਕਾਂਸਟੇਬਲਸ ਜਾਂ ਆਫਸਰ, ਪੁਲਿਸ ਆਫਸਰ, ਜਾਂ ਇੰਜ ਵੀ ਆਪ ਕਹਿ ਸਕਦੇ ਹੋ। ਹਾਂਜੀ। ਤੇ ਜਦੋਂ ਤੁਸੀਂ ਰਿਕਰੂਟ ਕਲਾਸ ਸ਼ੁਰੂ ਕਰਨਾ ਯੂ ਆਰ ਕਾਂਸਟੇਬਲ, ਤੁਸੀਂ 5th ਕਲਾਸ ਤੋਂ ਸ਼ੁਰੂ ਹੁੰਦੇ ਹੋ, 5 4 3 2 1 ਤੱਕ ਤੁਸੀਂ ਕਾਂਸਟੇਬਲ ਹੁੰਦੇ ਹੋ। ਹਰ ਸਾਲ ਤੁਹਾਡੀ ਪੇ ਇੰਕਰੀਮੈਂਟ ਹੁੰਦੀ ਰਹਿੰਦੀ ਆ। ਉਹਦੇ ਬਾਅਦ ਤੁਸੀਂ ਸੀਨੀਅਰ ਕਾਂਸਟੇਬਲ ਬਣਦੇ ਹੋ ਐਗਜ਼ਾਮ ਪਾਸ ਕਰਕੇ। ਅਗਰ ਤੁਸੀਂ ਹੋਰ ਐਗਜ਼ਾਮ ਪਾਸ ਕਰਦੇ ਹੋ ਫਿਰ ਤੁਸੀਂ ਸਾਰਜੈਂਟ ਬਣਦੇ ਹੋ। ਜਿਹੜੇ ਤੁਹਾਡੇ ਘਰ ਆਣਗੇ ਜਾਂ ਤੁਹਾਡੀ ਇੰਟਰੈਕਸ਼ਨ ਮੋਸਟਲੀ ਕਾਂਸਟੇਬਲਸ ਨਾਲ ਹੀ ਹੋਊਗੀ। ਜੋ ਤੁਸੀਂ ਫॉर ਐਗਜ਼ਾਮਪਲ ਕਿਸੇ ਨੇ 911 ਕਾਲ ਕੀਤੀ ਹੈ, ਤੁਹਾਡੇ ਘਰ ਕਾਂਸਟੇਬਲਸ ਨਹੀਂ ਆਉਣਾ ਔਰ ਕਿਸੇ ਨੇ ਨਹੀਂ ਆਉਣਾ। ਜਿਹੜੇ ਸਾਰਜੈਂਟ ਹੁੰਦੇ ਨੇ ਉਹ ਇੰਚਾਰਜ ਹੁੰਦੇ ਨੇ। ਫॉर ਐਗਜ਼ਾਮਪਲ ਅੱਜ ਡੇ ਸ਼ਿਫਟ ਹੈਗਾ, ਡੇ ਸ਼ਿਫਟ ਦੀ ਗੱਲ ਕਰਦੇ ਆਪਾਂ, ਜਿਹੜੀ ਵੀ ਸਾਡੇ ਇਲਾਕੇ 'ਚ ਪੁਲਿਸ ਕੰਮ ਕਰ ਰਹੀ ਹੈ, ਫॉर ਐਗਜ਼ਾਮਪਲ ਨਾਰਥ ਈਸਟ, ਉਹਦੇ ਇੰਚਾਰਜ ਇੱਕ ਸਾਰਜੈਂਟ ਹੋਊਗਾ। ਉਹ ਹੀ ਇਜ਼ ਇੰਚਾਰਜ ਆਫ ਐਵਰੀਥਿੰਗ। ਉਹਨਾਂ ਨੇ ਓਵਰਵਿਊ ਕਰਨਾ ਕਿ ਹਾਂ ਵੀ ਕਾਲਸ ਆ ਰਹੀਆਂ, ਕੀ ਹੋ ਰਿਹਾ, ਕਾਂਸਟੇਬਲਸ ਦੀ ਸੇਫਟੀ ਲਈ ਕੀ ਹੋ ਰਿਹਾ। ਤੇ ਉਹਦੇ ਬਾਅਦ ਇਹ ਸਟੈਪ ਹੁੰਦਾ ਆਪਰੇਸ਼ਨਲ ਸਟੈਪ ਇਹਨੂੰ ਕਹੀਦਾ। ਇਹਦੇ ਬਾਅਦ ਸਟਾਫ ਸਾਰਜੈਂਟ ਦੀ ਪੋਜੀਸ਼ਨ ਆਉਂਦੀ ਹੈ। ਸਟਾਫ ਸਾਰਜੈਂਟ ਤੁਸੀਂ ਹੁਣ ਸਟਰੀਟ 'ਤੇ ਨਹੀਂ ਹੁੰਦੇ, ਤੁਸੀਂ ਹੁਣ ਆਫਿਸ ਮੋਰ ਐਡਮਿਨਿਸਟ੍ਰੇਟਿਵ ਕੰਮ ਤੁਹਾਡਾ ਹੁੰਦਾ। ਉਹਦੇ ਸਟਾਫ ਸਾਰਜੈਂਟ ਦੇ ਬਾਅਦ ਇੰਸਪੈਕਟਰ ਹੁੰਦੇ ਨੇ। ਇੰਸਪੈਕਟਰ ਇਜ਼ ਦੀ ਓਵਰਆਲ ਇੰਚਾਰਜ ਆਫ ਜਿਹੜਾ ਪੁਲਿਸ ਸਟੇਸ਼ਨ ਕਹਿ ਲਓ, ਥਾਣਾ ਕਹਿ ਲਓ, ਜਾਂ ਇੱਥੇ ਡਿਸਟ੍ਰਿਕਟ ਆਫਿਸ ਅਸੀਂ ਕਹਿੰਦੇ ਹਾਂ। ਸੋ ਫॉर ਐਗਜ਼ਾਮਪਲ ਸਾਡਾ ਡਿਸਟ੍ਰਿਕਟ ਆਫਿਸ ਨਾਰਥ ਈਸਟ ਦੀ ਗੱਲ ਕਰਦੇ ਹਾਂ, ਸੈਲ ਟਾਊਨ ਸਰਕਲ 'ਚ ਹੈਗਾ, ਇਹਨੂੰ 5 ਡਿਸਟ੍ਰਿਕਟ ਕਹੀਦਾ। ਉਹਦੇ ਇੰਚਾਰਜ ਇੱਕ ਇੰਸਪੈਕਟਰ ਨੇ। ਹੀ ਇਜ਼ ਇੰਚਾਰਜ ਆਫ ਦੈਟ ਇੰਟਾਇਰ ਪੁਲਿਸ ਸਟੇਸ਼ਨ। ਉਹਨਾਂ ਦੀ ਹੀ ਇਜ਼ ਇੰਚਾਰਜ ਆਫ ਆਲ ਸਾਰਜੈਂਟਸ, ਆਲ ਕਾਂਸਟੇਬਲਸ ਥੱਲੇ, ਬਟ ਇਹਨਾਂ ਦੀ ਐਡਮਿਨਿਸਟ੍ਰੇਟਿਵ ਕੰਮ ਹੁੰਦਾ, ਇਹਨਾਂ ਦਾ ਓਵਰਆਲ ਕੰਮ ਹੁੰਦਾ। ਉਹਦੇ ਬਾਅਦ ਤੁਹਾਡੀ ਨੈਕਸਟ ਪੋਜੀਸ਼ਨ ਹੁੰਦੀ ਹੈ ਐਜ਼ ਏ ਸੁਪਰਟੈਂਡੈਂਟ। ਹੁਣ ਸੁਪਰਟੈਂਡੈਂਟ ਤੁਸੀਂ ਹੁਣ ਇੱਥੇ ਹੈੱਡਕੁਆਟਰਸ ਤੁਹਾਡਾ ਕੰਮ ਹੁੰਦਾ, ਉਹ ਫਿਰ ਤੁਸੀਂ ਡਿਸਟ੍ਰਿਕਟ ਆਫਿਸ 'ਚ ਨਹੀਂ ਹੁੰਦੇ, ਤੁਹਾਡੇ ਹੈੱਡਕੁਆਟਰਸ ਹੁੰਦਾ। ਐਂਡ ਇਟਸ ਇੰਸਪੈਕਟਰ ਅਬਵ, ਕਾਫੀ ਸੀਨੀਅਰ ਪੋਜੀਸ਼ਨਸ ਹੁੰਦੇ, ਅਤੇ ਬਹੁਤ ਹੀ ਘੱਟ ਇੰਸਪੈਕਟਰਸ ਹੁੰਦੇ, ਸੁਪਰਟੈਂਡੈਂਟਸ ਹੁੰਦੇ ਨੇ। ਸੁਪਰਟੈਂਡੈਂਟ ਦੇ ਬਾਅਦ ਡੈਪੂਟੀ ਚੀਫ ਹੁੰਦੇ ਨੇ। ਐਂਡ ਡੈਪੂਟੀ ਚੀਫ ਕਾਫੀ 5 6 ਹੋਣਗੇ, ਜਿੰਨੇ ਵੀ ਹੋਣਗੇ, ਐਂਡ ਦੇ ਆਰ ਰਿਸਪੋਂਸਿਬਲ ਫॉर ਆਲ ਏਰੀਆਜ਼, ਬਿਊਰੋ ਆਫ ਪੁਲਿਸਿੰਗ ਜਿਹਨੂੰ ਕਹੀਦਾ, ਕਮਿਊਨਿਟੀ ਪੁਲਿਸਿੰਗ ਹੋ ਗਈ ਜਾਂ ਡਿਫਰੈਂਟ ਸਾਡੇ ਡਿਪਾਰਟਮੈਂਟਸ, ਉਹਨਾਂ ਦੀ ਉਹ ਇੰਚਾਰਜ ਹੁੰਦੇ ਨੇ। ਐਂਡ ਇਹਨਾਂ ਦੇ ਸਭ ਤੋਂ ਉੱਤੇ ਸਾਡੇ ਹੈਡ, ਹੀ ਇਜ਼ ਕਾਲਡ ਦ ਹੈਡ ਕਾਂਸਟੇਬਲ ਔਰ ਚੀਫ ਆਫ ਪੁਲਿਸ, ਵਿਚ ਇਜ਼ ਆਰ ਚੀਫ। ਜੀ। ਤੇ ਇੱਥੇ ਸੁਣਨ ਵਾਲਿਆਂ ਨੂੰ ਅਸੀਂ ਇਹ ਵੀ ਦੱਸ ਦਈਏ ਕਿ ਇੱਥੇ ਸ਼ਹਿਰਾਂ ਦੀ ਪੁਲਿਸ ਹੁੰਦੀ ਹੈ, ਜਿੱਦਾਂ ਕੈਲਗਰੀ ਦੀ ਪੁਲਿਸ ਵੱਖਰੀ ਹੈ, ਐਡਮਿੰਟਨ ਸ਼ਹਿਰ ਦੀ ਵੱਖਰੀ ਹੈ, ਤੇ ਵੈਂਕੂਵਰ ਦੀ ਵੱਖਰੀ ਹੈ, ਤੇ ਅੱਜ ਕੱਲ੍ਹ ਸਰੀ ਦੀ ਵੱਖਰੀ ਹੈ। ਤੇ ਉਹਦਾ ਫਿਰ ਇੰਚਾਰਜ ਇਹ ਉਹਨਾਂ ਨੇ ਸ਼ਹਿਰ ਦੀ ਇੱਕ ਪੁਲਿਸ ਦਾ ਦੱਸਿਆ ਕਿ ਇਹਨਾਂ ਦੀ ਰੈਂਕ ਕਿਸ ਤਰ੍ਹਾਂ ਦੀ ਹੁੰਦੀ ਹੈ। ਸ਼ਹਿਰ ਤੋਂ ਬਾਅਦ ਜਿਹੜੀ ਹੈ ਉਹ RCMP, ਸ਼ਹਿਰ ਤੋਂ ਬਾਹਰ RCMP ਹੁੰਦੀ ਆ, ਉਹ ਫੈਡਰਲ ਹੈ। ਉਹ ਫੈਡਰਲ ਹੈ। ਹਾਂਜੀ।
ਤੇ ਇੱਕ ਰੰਧਾਵਾ ਜੀ ਅਖੀਰ ਦੇ ਵਿੱਚ ਮੈਨੂੰ ਇਹ ਦੱਸੋ ਕਿ ਅਗਰ ਤੁਹਾਡਾ ਹੁਣ ਜਿਸ ਤਰ੍ਹਾਂ ਆ ਕਿ ਰੈਂਕ ਤੁਸੀਂ ਸੀਨੀਅਰ ਕਾਂਸਟੇਬਲ ਰਾਈਟ, ਹਾਂਜੀ ਤੇ ਜਿੱਦਾਂ ਆਪਾਂ ਸਟਾਰਟਿੰਗ ਦੇ ਵਿੱਚ ਐਜੂਕੇਸ਼ਨ ਦੀ ਗੱਲ ਕੀਤੀ, ਹਾਂਜੀ ਮੈਂ ਸਾਰੀ ਚੀਜ਼ ਨੂੰ ਐਜੂਕੇਸ਼ਨ ਦੇ ਨਾਲ ਇਸ ਕਰਕੇ ਜੋੜ ਰਿਹਾ ਕਿ ਐਜੂਕੇਸ਼ਨ ਦਾ ਮਤਲਬ ਲੋਕਾਂ ਨੂੰ ਸਮਝ ਆ ਜਾਵੇ ਕਿ ਜਿਹੜੇ ਬੱਚਿਆਂ ਨੇ ਆਉਣਾ ਕਿ ਐਜੂਕੇਸ਼ਨ ਇੰਪੋਰਟੈਂਟ ਵੀ ਬਹੁਤ ਹੈ ਬਹੁਤ ਆ ਤੇ ਕਿਹੜੀ ਇੰਪੋਰਟੈਂਟ ਹੈ। ਇਹ ਨਹੀਂ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਕ੍ਰਿਮੀਨਲ ਜਸਟਿਸ ਹੋਣੀ ਚਾਹੀਦੀ ਹੈ, ਹਾਂਜੀ ਤੇ ਜਿਸ ਤਰ੍ਹਾਂ ਇਹ ਹੈ ਕਿ ਹੁਣ ਤੁਹਾਡਾ ਰੈਂਕ ਅਪ ਹੁੰਦਾ ਹਾਂਜੀ ਤੇ ਫਿਰ ਉੱਥੇ ਵੀ ਜਿਸ ਤਰ੍ਹਾਂ ਸਟਾਰਟਿੰਗ ਦੇ ਵਿੱਚ ਕਾਂਸਟੇਬਲ ਹਾਇਰ ਹੋਣ ਵੇਲੇ ਮੈਰਿਟ ਬਣਦੀ ਹੈ ਤੇ ਤੁਹਾਡੀ ਫਿਰ ਇੱਥੇ ਵੀ ਰੈਂਕ ਜਦੋਂ ਉੱਪਰ ਜਾਂਦਾ ਆ ਤੇ ਉੱਥੇ ਵੀ ਤੁਹਾਡਾ ਫਿਰ ਐਜੂਕੇਸ਼ਨ ਸਾਰੀਆਂ ਚੀਜ਼ਾਂ ਦੁਬਾਰਾ ਫਿਰ ਕੈਲਕੂਲੇਟ ਹੁੰਦੀਆਂ। ਹਾਂਜੀ ਬਿਲਕੁਲ ਹੁੰਦੀ ਆ। ਫੋਰ ਐਗਜ਼ਾਮਪਲ ਅਗਰ ਤੁਸੀਂ ਸਾਰਜੈਂਟ ਦੀ ਪੋਜੀਸ਼ਨ ਲਈ ਜਾਣਾ, ਉਹਦੇ ਲਈ ਪ੍ਰੋਮੋਸ਼ਨ ਪ੍ਰੋਸੈਸ ਹੁੰਦਾ, ਉਸ ਪ੍ਰੋਮੋਸ਼ਨ ਪ੍ਰੋਸੈਸ 'ਤੇ ਉਹਨਾਂ ਨੇ ਇਹ ਦੇਖਣਾ ਕਿ ਤੁਹਾਡੀ ਐਜੂਕੇਸ਼ਨ ਕੀ ਆ ਜੀ, ਤੇ ਅਗਰ ਤੁਹਾਡੀ ਐਜੂਕੇਸ਼ਨ ਬੈਚਲਰਸ ਜਾਂ ਮਾਸਟਰਸ ਡਿਗਰੀ, ਕਦੇ ਕਦੇ PhD ਵੀ ਹੁੰਦੀ ਹੈ, ਅਗਰ ਇਹੋ ਜਿਹੀ ਐਜੂਕੇਸ਼ਨ ਤੁਹਾਡੇ ਕੋਲ ਹੈਗੀ ਆ, ਇਹ ਤੁਹਾਨੂੰ ਪੁਆਇੰਟਸ ਤੁਹਾਡੇ ਬਣਦੇ ਨੇ। ਜੋ ਤੁਹਾਡੇ ਪੁਆਇੰਟਸ ਜ਼ਿਆਦਾ ਹੁੰਦੇ ਨੇ, ਤੁਹਾਡੇ ਚਾਂਸਸ ਤੁਹਾਡੇ ਜ਼ਿਆਦਾ ਹੁੰਦੇ ਨੇ ਫੋਰ ਐਗਜ਼ਾਮਪਲ ਸਾਰਜੈਂਟ ਜਾਂ ਸਟਾਫ ਸਾਰਜੈਂਟ ਦੀ ਪੋਜੀਸ਼ਨ ਲਈ। ਤੇ ਜਿਸ ਤਰ੍ਹਾਂ ਇਹਦੇ ਵਿੱਚ ਹੁਣ ਅੱਗੇ ਤੁਸੀਂ ਸਟੱਡੀ ਦੇ ਲਈ ਜਾਣਾ ਰਾਈਟ, ਜਿੱਦਾਂ ਤੁਸੀਂ ਦੱਸ ਵੀ ਰਹੇ ਸੀ, ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਲਈ ਜਾਣਾ ਜਾਂ +2 ਤੋਂ ਬਾਅਦ ਗ੍ਰੈਜੂਏਸ਼ਨ ਦੇ ਲਈ ਜਾਣਾ ਆ, ਤੇ ਇੰਟਰਨਲ ਜਿਹੜੇ ਕੋਰਸਿਸ ਨੇ ਉਹ ਤੁਹਾਨੂੰ ਰੈਗੂਲਰ ਮਿਲਦੇ ਰਹਿੰਦੇ, ਤੁਸੀਂ ਕਰਦੇ ਰਹਿੰਦੇ ਹੋ, ਤੇ ਐਜੂਕੇਸ਼ਨ ਦੇ ਲਈ ਜਾਣਾ ਫਿਰ ਤੁਸੀਂ ਉਹਦੇ ਵਿੱਚ ਤੁਹਾਡੀ ਪੁਲਿਸ ਹੈਲਪ ਕਰਦੀ ਹੈ? ਪੁਲਿਸ ਹੈਲਪ ਕਰਦੀ ਆ, ਮੈਨੂੰ ਐਗਜ਼ੈਕਟਲੀ ਅਮਾਊਂਟ ਨਹੀਂ ਪਤਾ ਬਟ ਥੋੜਾ ਹੈਲਪ ਵੀ ਕਰਦੀ ਆ ਅਗਰ ਤੁਸੀਂ ਹਾਇਰ ਐਜੂਕੇਸ਼ਨ ਲਈ ਜਾਣਾ। ਦੈਟਸ ਵਨ ਆਫ ਦ ਬੈਨੀਫਿਟਸ ਪੁਲਿਸਿੰਗ ਜੁਆਇਨ ਕਰਨ ਲਈ ਕਿ ਜਦੋਂ ਤੁਸੀਂ ਫਰਦਰ ਐਜੂਕੇਸ਼ਨ ਲਈ ਜਾਣਾ, ਅਗਰ ਤੁਸੀਂ ਬਾਹਰ ਦੇ ਵੀ ਕੋਰਸਿਸ ਕਰਦੇ ਹੋ, ਜਿੱਦਾਂ ਆਪਾਂ ਇੰਟਰਨਲ ਕੋਰਸਿਸ ਦੀ ਗੱਲ ਕੀਤੀ, ਅਗਰ ਤੁਸੀਂ ਬਾਹਰ ਦੇ ਕੋਰਸਿਸ ਦੀ ਗੱਲ ਕਰਦੇ ਹੋ, ਉਹਦੇ ਲਈ ਵੀ ਪੁਲਿਸ ਕਦੀ ਕਦੀ ਪੇ ਕਰਦੀ ਆ ਅਪ ਟੂ ਅ ਸਰਟਨ ਅਮਾਊਂਟ, ਉਹ ਥੋੜਾ ਹੁੰਦਾ ਉਹਨਾਂ ਦਾ ਅਮਾਊਂਟ। ਬਟ ਇੱਥੇ ਪੁਲਿਸਿੰਗ 'ਚ ਤੁਹਾਨੂੰ ਆਲਵੇਜ਼ ਇਨਕਰੇਜ ਕੀਤਾ ਜਾਂਦਾ ਕਿ ਤੁਸੀਂ ਐਜੂਕੇਸ਼ਨ ਜ਼ਿਆਦਾ ਕਰੋ। ਕੋਈ ਵੀ ਐਜੂਕੇਸ਼ਨ ਫੋਰ ਐਗਜ਼ਾਮਪਲ ਅਗਰ ਤੁਸੀਂ ਜਾ ਕੇ MBA ਕਰਨੀ ਹੈ, ਤੁਸੀਂ ਜਾ ਕੇ ਕਰੋ, ਤੁਹਾਡੀ ਹੈਲਪ ਵੀ ਹੁੰਦੀ ਆ। ਅਗਰ ਤੁਹਾਨੂੰ ਟਾਈਮ ਆਫ ਚਾਹੀਦਾ ਐਜੂਕੇਸ਼ਨ ਲਈ, ਉਹ ਵੀ ਹੈਲਪ ਹੁੰਦੀ ਆ। ਇੰਟਰਨਲ ਕੋਰਸਿਸ ਜਿਹੜੇ ਹੁੰਦੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ, ਉਹ ਵੀ ਕਾਫੀ ਮਾਇਨੇ ਰੱਖਦੇ ਨੇ ਕਿਉਂਕਿ ਇਹ ਤੁਹਾਨੂੰ ਸਿਖਾਉਂਦੇ ਨੇ ਇਨਵੈਸਟੀਗੇਸ਼ਨ ਕਿੱਦਾਂ ਕਰਨੀ ਆ। ਅਗਰ ਤੁਸੀਂ ਸਪੈਸ਼ਲਾਈਜੇਸ਼ਨ 'ਚ ਜਾਂਦੇ ਹੋ, ਉਹ ਵੀ ਤੁਹਾਨੂੰ ਦੱਸਦੇ ਨੇ ਕਿ ਇਹੋ ਜਿਹੀ ਸਪੈਸ਼ਲਾਈਜੇਸ਼ਨ ਤੁਸੀਂ ਜਾਣਾ, ਇਹੋ ਜਿਹੇ ਤੁਹਾਨੂੰ ਇੰਟਰਨਲ ਕੋਰਸਿਸ ਕਰਨੇ ਪੈਣੇ। ਅਗਰ ਤੁਹਾਨੂੰ ਰੈਂਕ ਵਾਈਜ਼ ਅਗਰ ਤੁਹਾਨੂੰ ਜਾਣਾ ਪਏ, ਸਾਰੀ ਪੁਲਿਸਿੰਗ ਦੀ ਐਜੂਕੇਸ਼ਨ ਇੰਟਰਨਲ ਹੋਊਗੀ, ਤੁਹਾਨੂੰ ਸਿਖਾਇਆ ਜਾਊਗਾ। ਇਹ ਤੁਹਾਨੂੰ ਕੋਈ ਸਟ੍ਰੈਸ ਲੈਣ ਦੀ ਲੋੜ ਨਹੀਂ ਕਿ ਮੈਨੂੰ ਬਾਹਰੋਂ ਕੁਝ ਕਰਨਾ ਪੈਣਾ। ਅਗਰ ਤੁਸੀਂ ਉਹਦੇ ਉੱਤੇ ਕੁਝ ਕਰਨਾ ਚਾਹੁੰਦੇ ਹੋ, ਹੋਰ ਐਕਸਟਰਾ ਤੁਸੀਂ ਕਰਨਾ ਚਾਹੁੰਦੇ ਹੋ, ਯੂ ਆਰ ਮੋਰ ਦੈਨ ਵੈਲਕਮ, ਤੇ ਤੁਸੀਂ ਬਾਹਰ ਜਾ ਕੇ ਕਰ ਸਕਦੇ ਹੋ। ਠੀਕ ਹੈ ਜੀ। ਤੇ ਰੰਧਾਵਾ ਜੀ ਅਖੀਰ ਦੇ ਵਿੱਚ ਮੈਨੂੰ ਇਹ ਦੱਸੋ ਵੀ ਜਿਹੜਾ ਇੰਨੇ ਯੰਤਰ, ਇਹਦਾ ਇੱਕ ਬੜਾ ਹੈ ਕਿ ਕਈ ਵਾਰੀ ਮਜ਼ਾਕ 'ਚ ਵੀ ਕਹਿੰਦੇ ਆ ਵੀ ਜੇ ਤੈਨੂੰ ਜ਼ਿਆਦਾ ਹੀ ਪੁਲਿਸ ਦਾ ਚਾਅ ਚੜਿਆ ਜਾਣ ਦਾ, ਤੂੰ ਪਹਿਲਾਂ ਇਹ ਬੈਲਟ ਨੂੰ ਘੱਟੋ ਘੱਟ 2-4 ਘੰਟੇ ਪਾ ਕੇ ਖੜ ਕੇ ਦੇਖ ਲੈ, ਤੇ ਕਿਉਂਕਿ ਇਹਦੇ ਵਿੱਚ ਕਹਿੰਦੇ ਬੜਾ ਭਾਰ ਹੁੰਦਾ ਜਿਹੜੇ ਇਹਦੇ ਵਿੱਚ ਸਾਰਾ ਕੁਝ ਫਿੱਟ ਕੀਤਾ ਹੈ, ਜਿਸ ਤਰ੍ਹਾਂ ਤੁਸੀਂ ਆ ਕੈਮਰਾ ਵੀ ਲਗਾਇਆ, ਹੋਰ ਇਹਦੇ ਵਿੱਚ ਕਿਹੜੀ ਚੀਜ਼ਾਂ ਇਹਨਾਂ ਤੁਸੀਂ ਬੇਸਿਕ ਨਾਮ ਤੁਸੀਂ ਦੱਸਣਾ ਚਾਹੋਗੇ? ਬੇਸਿਕਲੀ ਇਹ ਸਾਡੀ ਪੁਲਿਸ ਯੂਨੀਫਾਰਮ, ਪੈਟਰੋਲ ਯੂਨੀਫਾਰਮ ਹੁੰਦੀ ਆ। ਇਹ ਹੁੰਦੀ ਹੈ ਡਿਊਟੀ ਬੈਲਟ, ਇਹਨੂੰ ਚਾਹੀਦਾ ਜਿਹੜੇ ਕਹੀਦਾ। ਇਹ ਡਿਊਟੀ ਬੈਲਟ ਦੇ ਉੱਤੇ ਆਪਾਂ ਕਹਿੰਦੇ ਯੂਜ਼ ਆਫ ਫੋਰਸ ਟੂਲਸ, ਜਿਹੜੇ ਟੂਲਸ ਤੁਹਾਡੇ ਕੋਲ ਹੁੰਦੇ ਨੇ। ਤੇ ਮੈਂ ਤੁਹਾਨੂੰ ਸਮਝਾ ਦਾਂਗਾ। ਪਹਿਲੀ ਗੱਲ ਤੇ ਹਰ ਪੁਲਿਸ ਆਫਸਰ ਪਿਸਟਲ ਲਈ ਕੁਆਲੀਫਾਈਡ ਹੁੰਦਾ। ਨਾਟ ਓਨਲੀ ਕੁਆਲੀਫਾਈਡ, ਤੁਹਾਨੂੰ ਹਰ 6 ਮਹੀਨੇ ਕੁਆਲੀਫਿਕੇਸ਼ਨ ਲੈਣੀ ਪੈਂਦੀ ਆ ਹੈਂਡਗਨ ਦੀ। ਸੋ ਮੇਰੇ ਕੋਲ ਆਲਵੇਜ਼ ਹੈਂਡਗਨ ਹੁੰਦਾ। ਇਹ ਤੁਹਾਡੀ ਪ੍ਰਾਇਮਰੀ, ਤੁਹਾਨੂੰ ਕਹਿ ਸਕਦੇ ਪ੍ਰਾਇਮਰੀ ਵੈਪਨ ਹੈਗਾ। ਤੁਹਾਡੇ ਕਾਰ 'ਚ 2 ਹੋਰ ਵੈਪਨ ਹੋਣਗੇ। ਸ਼ਾਟਗਨ ਇੱਕ ਹੁੰਦਾ, ਜਿੱਦਾਂ ਆਪਾਂ ਪੰਜਾਬ 12 ਬੋਰ ਕਹਿੰਦੇ, 12 ਗੇਜ, ਅਤੇ ਇੱਕ C8 ਰਾਈਫਲ ਹੁੰਦਾ ਵਿਚ ਇਜ਼ ਲਾਈਕ ਰਾਈਫਲ ਜਿਹਨੂੰ ਆਪਾਂ ਕਹਿੰਦੇ। ਇਹ ਤੁਹਾਡੇ ਕੋਲ ਟੂਲਸ ਹੋਣਗੇ। ਮੈਂ ਸਪੈਸ਼ਲਾਈਜ਼ ਕੀਤੀ ਆ ਆਰਵਿਨ ਆਪਰੇਟਰ। ਆਰਵਿਨ ਆਪਰੇਟਰ ਹੁੰਦਾ, ਮੇਰੇ ਕੋਲ ਇੱਕ ਸਪੈਸ਼ਲ ਗਨ ਹੈਗੀ ਆ ਜਿਨ੍ਹਾਂ ਨੇ ਪਲਾਸਟਿਕ ਰਾਊਂਡ ਤੁਹਾਡੇ ਉੱਤੇ ਸ਼ੂਟ ਕਰਨਾ ਹੈ। ਪਲਾਸਟਿਕ ਰਾਊਂਡ ਨਾਲ ਤੁਹਾਨੂੰ ਫੇਂਟ ਤੋਂ ਨਹੀਂ, ਤੁਹਾਨੂੰ ਇੰਝ ਲੱਗਦਾ ਗੋਲੀ ਲੱਗੀ, ਬਟ ਉਹ ਅੰਦਰ ਪੈਨੇਟਰੇਟ ਨਹੀਂ ਹੁੰਦੇ। ਉਹ ਸਪੈਸ਼ਲਾਈਜੇਸ਼ਨ ਹੁੰਦੀ, ਮੈਂ ਉਹ ਸਪੈਸ਼ਲਾਈਜੇਸ਼ਨ ਲਈ ਆ। ਤੇ ਇਹ ਤੁਹਾਡੇ ਕੋਲ ਹੈਂਡਗਨ ਹੋਊਗਾ। ਇਹ ਇਹਨੂੰ ਕਹੀਦਾ ਬਟਾਨ, ਜਿੱਦਾਂ ਸੋਟੀ ਦੀ ਗੱਲ ਕਰਦੇ। ਇਹ ਐਕਸਪੈਂਡੇਬਲ ਹੁੰਦਾ, ਇਹਨੂੰ ਐਕਸਪੈਂਡ ਆਪਾਂ ਕਰ ਸਕਦੇ ਹਾਂ। ਮੇਰੇ ਕੋਲ ਐਕਸਟਰਾ ਮੈਗਜ਼ੀਨਸ ਆਪਣੇ ਗਨ ਲਈ ਹੁੰਦੀਆਂ। ਮੇਰੇ ਕੋਲ ਰੇਡੀਓ ਹੁੰਦਾ। ਇਹ ਮੇਰੇ ਕੋਲ ਟੇਜ਼ਰ ਆ। ਇਹ ਟੇਜ਼ਰ ਬੇਸਿਕਲੀ ਟੇਜ਼ਰ ਇਲੈਕਟ੍ਰਿਕ ਸ਼ੌਕ ਦਿੰਦਾ, ਤੇ ਜਦੋਂ ਤੁਸੀਂ ਕਿਸੇ ਨੂੰ ਟੇਜ਼ਰ ਕਰਦੇ ਹੋ, ਉਹਨਾਂ ਨੂੰ ਉਹ ਕੰਟਰੋਲ ਨਹੀਂ ਕਰ ਸਕਦੇ ਆਪਣਾ, ਉਹ ਡਿੱਗ ਹੀ ਜਾਂਦੇ ਨੇ। ਇਟਸ ਅ ਵੈਰੀ ਯੂਜ਼ਫੁਲ ਟੂਲ। ਆਪਾਂ ਇਹਨਾਂ ਨੂੰ ਟੂਲਸ ਕਹਿੰਦੇ, ਯੂਜ਼ ਆਫ ਫੋਰਸ ਟੂਲਸ। ਜਦੋਂ ਵੀ ਕੋਈ ਲੜਾਈ ਝਗੜਾ ਹੁੰਦਾ, ਵੀ ਕੈਨ ਆਲਵੇਜ਼ ਯੂਜ਼ ਥੀਸ ਥਿੰਗਸ। ਮੇਰੇ ਕੋਲ ਰੇਡੀਓ ਹੈਗਾ। ਰੇਡੀਓ ਦੀ ਖਾਸੀਅਤ ਇਹੀ ਹੈਗੀ ਕਿ ਮੈਂ ਕਿਸੇ ਵੀ ਪੁਲਿਸ ਆਫਸਰ ਨਾਲ ਮੈਂ ਐਨੀ ਟਾਈਮ ਮੈਂ ਗੱਲ ਕਰ ਸਕਦਾ। ਸੋ ਲੈਟਸ ਸੇ ਮੈਂ ਕਾਲ 'ਤੇ ਹੈਗਾ, ਮੈਂ ਕਿਸੇ ਨਾਲ ਡੀਲ ਕਰ ਰਿਹਾ, ਆਈ ਕੈਨ ਆਲਵੇਜ਼ ਕਾਲ ਫॉर ਬੈਕਅਪ। ਮੇਰੇ ਕੋਲ ਮਾਈਕ ਹੁੰਦਾ, ਆਈ ਕੈਨ ਆਲਵੇਜ਼ ਕਾਲ ਫॉर ਬੈਕਅਪ। ਅਤੇ ਇਹ ਰੇਡੀਓ ਕਿਸੇ ਵੀ ਪੁਲਿਸ ਆਫਸਰ ਐਨੀਵੇਅਰ ਕੈਲਗਰੀ ਤੁਸੀਂ ਗੱਲ ਕਰ ਸਕਦੇ ਹੋ। ਉਹਦੇ ਬਾਅਦ ਮੇਰੇ ਕੋਲ ਹੈਂਡਕਫਸ ਹੁੰਦੇ ਨੇ। ਸਾਡੇ ਹੈਂਡਕਫਸ ਪਿੱਛੇ ਲੱਗੇ ਹੁੰਦੇ ਨੇ। ਪੈਪਰ ਸਪਰੇ ਸਾਡੇ ਕੋਲ ਹੁੰਦਾ। ਅਤੇ ਖਾਸੀਅਤ ਕੈਲਗਰੀ ਪੁਲਿਸ ਦੀ ਇਹ ਹੈਗੀ ਕਿ ਸਾਡੇ ਕੋਲ ਸਾਰਿਆਂ ਕੋਲ ਬੋਡੀ ਵਨ ਕੈਮਰਾ ਹੁੰਦਾ।
ਓਕੇ ਤੇ ਜਦੋਂ ਵੀ ਮੈਂ ਕਿਸੇ ਕਮੇਟੀ ਚੱਲਦਾ ਹੀ ਰਹਿੰਦਾ ਜਾਂ ਚਲਾਉਣਾ ਪੈਂਦਾ time? ਚਲਾਉਣਾ ਪੈਂਦਾ ਤੇ ਇਹਦੇ ਵਿੱਚ ਚਲਾਉਣਾ ਪੈਂਦਾ ਜਦੋਂ ਫੋਰ ਐਗਜ਼ਾਮਪਲ ਕੋਈ ਕਿਸੇ ਦੇ ਘਰ ਅਸੀਂ ਜਾਂਦੇ ਕਾਲ ਲਈ ਇਹ ਔਨ ਆਪਾਂ ਕਰਕੇ ਜਾਂਦੇ ਹਾਂ। ਓਕੇ ਸੋ ਇਹਦਾ ਕਾਰਨ ਇਹੀ ਹੁੰਦਾ, ਇੱਕ ਤੇ ਸੇਫਟੀ ਲਈ ਹੁੰਦਾ, ਦੂਜੀ ਗੱਲ ਹੁੰਦੀ ਹੈ ਕਿ ਅਗਰ ਕਿਸੇ ਨੂੰ ਲੱਗਦਾ ਕਿ ਕੋਈ ਕੰਪਲੇਂਟਸ ਦੀ ਇਸ਼ੂ ਹੈਗੀ ਆ, ਕੋਈ ਹੋਰ ਇਸ਼ੂ ਹੈਗੀ ਆ, ਇਹ ਕੋਈ ਵੀ ਰਿਵਿਊ ਕਰ ਸਕਦਾ, ਸਾਡੇ ਸੀਨੀਅਰ ਜਾਂ ਸਾਡੇ ਮੈਨੇਜਮੈਂਟ 'ਚ ਕੋਈ ਵੀ ਇਹ ਰਿਵਿਊ ਕਰ ਸਕਦਾ ਕਿ ਇਹ ਗੱਲ ਹੋਈ ਸੀ। ਇਹ ਸਾਡੇ ਲਈ ਵੀ ਯੂਜ਼ਫੁਲ ਹੁੰਦਾ, ਅਸੀਂ ਸਿੱਖਦੇ ਹਾਂ ਕਿ ਅਸੀਂ ਕੀ ਚੀਜ਼ ਬੈਟਰ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਅਗਰ ਮੈਂ ਟੈਕਟੀਕਲ ਦੀ ਗੱਲ ਕਰ ਰਿਹਾ ਕਿ ਆਪਾਂ ਕਲੀਅਰਿੰਗ, ਬਿਲਡਿੰਗ ਕਲੀਅਰਿੰਗ, ਮਤਲਬ ਕੋਈ ਕਿਸੇ ਕੋਲ ਬੰਦੂਕ ਹੈਗੀ ਆ, ਅਸੀਂ ਕਿੱਦਾਂ ਉਹਨਾਂ ਨਾਲ ਡੀਲ ਕਰਦੇ, ਸਾਰਾ ਕੁਝ ਰਿਕਾਰਡਡ ਹੁੰਦਾ, ਇਹ ਕੋਰਟ 'ਚ ਵੀ ਜਾਂਦਾ। ਸੋ ਅਰੈਸਟ ਸੇ ਮੈਂ ਕਿਸੇ ਨੂੰ ਅਰੈਸਟ ਕਰਦਾ, ਅਰੈਸਟ ਦੇ ਨਾਲ ਸਾਰਾ ਪੇਪਰ ਵਰਕ ਤੇ ਜਾਊਗਾ ਹੀ ਜਾਊਗਾ ਜਿੱਦਾਂ ਆਪਾਂ ਗੱਲ ਕੀਤੀ ਸੀ, ਬਟ ਇਹ ਵੀਡੀਓ ਵੀ ਜਾਊਗੀ ਕਿ ਅਰੈਸਟ ਕਿੱਦਾਂ ਹੋਇਆ, ਕੀ ਹੋਇਆ, ਸਾਰਾ ਕੁਝ ਹੁੰਦਾ। ਤੇ ਇਹਦੇ 'ਚ ਇਹੀ ਕਰਕੇ ਇਹਨਾਂ ਨੇ ਸ਼ੁਰੂ ਕੀਤਾ ਸੋ ਦੈਟ ਅਸੀਂ ਇਹ ਨਾ ਸੋਚੀਏ ਕਿ ਕੀ ਹੋ ਗਿਆ, ਸਾਨੂੰ ਪਤਾ ਹੀ ਨਹੀਂ ਕੀ ਹੋ ਗਿਆ, ਇਹ ਗੱਲ ਕੋਈ ਹੋ ਗਈ ਜਾਂ ਕਿਸੇ ਯੂਜ਼ ਆਫ ਫੋਰਸ ਦੀ ਗੱਲ ਆ ਗਈ। ਸੋ ਸਾਰਾ ਕੁਝ ਰਿਕਾਰਡਡ ਹੁੰਦਾ। ਤੇ ਅੱਜ ਕੱਲ੍ਹ ਵਧੀਆ ਗੱਲ ਹੈਗੀ ਕਿ ਅਗਰ ਕੋਈ ਕਹੇ ਮੇਰੇ ਪੁਲਿਸ ਅਫਸਰ ਨੇ ਮੈਨੂੰ ਇਹ ਕਹਿਤਾ, ਅਸੀਂ ਰਿਵਿਊ ਕਰਕੇ ਕਹਿ ਸਕਦੇ ਕਿ ਦੇਖੋ ਜੀ ਇਹ ਗੱਲ ਸੀਗੀ। ਠੀਕ ਹੈ, ਤੇ ਆਪਾਂ ਯੂਜ਼ ਕਰਦੇ ਹਾਂ। ਸਾਡੇ ਕੋਲ ਫਲੈਸ਼ ਲਾਈਟਸ ਹੁੰਦੀਆਂ, ਫੋਨਸ ਹੁੰਦੇ ਨੇ, ਸਾਰਾ ਕੁਝ ਸਾਡੇ ਕੋਲ ਹੁੰਦਾ। ਇਹ ਮੇਰੀ ਵੈਸਟ ਹੈਗੀ ਆ ਜੀ, ਬਲਿਸਟਿਕ ਵੈਸਟ ਇਹਨੂੰ ਕਹੀਦਾ। ਇਹ ਸਾਰੇ ਪੁਲਿਸ ਅਫਸਰ ਨੂੰ ਪਾਉਣਾ ਹੀ ਪੈਂਦਾ ਜੀ। ਤੇ ਮੇਰਾ ਆਫਿਸ ਹੈਗਾ ਮੇਰੀ ਪੁਲਿਸ ਕਾਰ। ਓਕੇ, ਤੇ ਇੱਕ ਹੋਰ ਗੱਲ ਮੈਂ ਜ਼ਰੂਰ ਕਹਿਦਾ ਕਿ ਸਾਡਾ ਕੰਮ ਆਫਿਸ 'ਚ ਨਹੀਂ ਹੁੰਦਾ, ਆਫਿਸ ਸਾਡੇ ਕੰਪਿਊਟਰ ਲੱਗੇ ਨੇ ਜੀ, ਬਟ ਮੇਰਾ ਆਫਿਸ ਹੈਗਾ ਪੁਲਿਸ ਕਾਰ, ਪੈਟਰੋਲ ਕਾਰ ਜਿਹੜੀ ਹੁੰਦੀ ਆ। ਤੇ 12 ਘੰਟੇ ਸਾਡੀ ਪੈਟਰੋਲਿੰਗ ਹੀ ਹੁੰਦੀ ਹੈ। ਸਾਡੀ ਰਿਪੋਰਟ ਅਸੀਂ ਕਰਨੀ ਹੁੰਦੀ ਹੈ ਕੰਪਿਊਟਰ ਤੇ, ਅੱਜ ਕੱਲ੍ਹ ਸਾਰੇ ਰਿਪੋਰਟ ਹੁੰਦੇ ਨੇ, ਕੋਈ ਪੇਪਰ ਵਰਕ ਵੀ ਹੁੰਦਾ, ਉਹ ਅਸੀਂ ਗੱਡੀ 'ਚ ਹੀ ਬਹਿ ਕੇ ਕਰਦੇ ਹਾਂ ਜਿੱਦਾਂ ਤੁਸੀਂ ਕਹਿ ਰਹੇ ਸੀ ਜੀ ਜੀ। ਸੋ ਦਿਸ ਵੀ ਕੰਸੀਡਰ ਆਰ ਮਾਰਕਡ ਪੁਲਿਸ ਵਹੀਕਲ MPV ਐਜ਼ ਆਰ ਆਫਿਸ। ਕਦੀ ਸਾਡੀ ਸ਼ਿਫਟ ਕਦੀ 16-20 ਘੰਟੇ ਦੀ ਵੀ ਹੁੰਦੀ ਆ, ਤਾਂ 20 ਘੰਟੇ ਸਾਨੂੰ ਬੈਠਣਾ ਪੈਂਦਾ, ਕਾਲਸ ਲੈਣੀਆਂ ਪੈਂਦੀਆਂ। ਸੋ ਜਿਹੜੀ ਵੀ ਕਾਲਸ ਆਉਂਦੀ ਆ, ਸਾਡੇ ਸਿਸਟਮ ਹੈਗਾ ਕਾਰ 'ਚ, ਉਹ ਜਦੋਂ ਤੁਸੀਂ 911 ਅਗਰ ਕਾਲ ਕਰਦੇ ਹੋ ਸਾਡੇ ਸਿਸਟਮ 'ਚ ਆ ਜਾਂਦਾ ਕਿ ਇਹ ਤੁਹਾਡਾ ਐਡਰੈਸ ਹੈਗਾ, ਇਹ ਕਾਲ ਹੈਗੀ, ਇਹ ਗੱਲਾਂ ਹੋ ਰਹੀਆਂ। ਤਾਂ ਜਦੋਂ ਅਸੀਂ ਕਾਲ 'ਤੇ ਤੁਹਾਡੇ ਕੋਲ ਆ ਰਹੇ ਹੁੰਦੇ, ਸਾਨੂੰ ਆਲਰੇਡੀ ਇਨਫੋਰਮੇਸ਼ਨ ਹੁੰਦੀ ਹੈ ਕਿ ਹੋ ਕੀ ਰਿਹਾ ਜੀ, ਸਾਡੇ ਕੋਲ ਬੈਕਗਰਾਊਂਡ ਵੀ ਹੁੰਦਾ ਕਿ ਹੋ ਕੀ ਰਿਹਾ। ਠੀਕ ਹੈ ਜੀ। ਤੇ ਇਹ ਗੱਲਾਂ ਹੁੰਦੀਆਂ। ਇਟਸ ਕਾਫੀ ਇੱਥੇ ਯੂਨੀਕ ਪੁਲਿਸਿੰਗ ਹੁੰਦੀ ਆ। ਤੇ one police officer should be able to do everything ਕਿ ਇੱਕ ਪੁਲਿਸ ਅਫਸਰ ਨੇ ਸਾਰਾ ਕੁਝ ਕਰਨਾ, ਇਹਨਾਂ ਨੇ ਇਨਵੈਸਟੀਗੇਸ਼ਨ ਵੀ ਕਰਨੀ ਹੈ, ਕਾਂਸਟੇਬਲਸ ਨੇ, ਇਹਨਾਂ ਨੇ ਤੁਹਾਡੇ ਘਰ ਆ ਕੇ ਸਾਰੀ ਇਸ਼ੂਜ਼ ਸੋਲਵ ਕਰਨੀ ਆ। ਸ਼ੂਟਿੰਗਸ ਹੁੰਦੀਆਂ, ਕਾਂਸਟੇਬਲਸ ਨੇ ਸਾਰਾ ਕੁਝ ਜਾ ਕੇ ਕਰਨਾ, ਲੋਕਾਂ ਨੂੰ ਸੇਵ ਕਰਨਾ, ਕਾਫੀ ਚੀਜ਼ਾਂ ਹੁੰਦੀਆਂ ਇਹੋ ਜਿਹੀਆਂ। ਤੇ ਰੰਧਾਵਾ ਸਾਹਿਬ, ਤੁਹਾਡਾ ਜਿੰਨਾ ਤੁਸੀਂ ਕੰਮ ਗਿਣਾਇਆ ਹਾਂਜੀ, ਤੇ ਇਹ ਸਾਰੇ ਨੂੰ ਦੇਖ ਕੇ ਤੇ ਇਹ ਵੀ ਲੱਗਦਾ ਹੈ ਵੀ ਕੰਮ ਤੁਹਾਡਾ ਬਾਹਲਾ ਹੀ ਔਖਾ ਹੈ, ਥੋੜਾ ਨਹੀਂ। ਤੇ ਮੈਨੂੰ ਤਾਂ ਇਹ ਵੀ ਲੱਗਦਾ ਹੈ ਵੀ ਤੁਹਾਨੂੰ ਵੀ ਮੁਨਸ਼ੀ ਦੀ ਘਾਟ ਹੈ ਜੀ, ਤੁਹਾਨੂੰ ਵੀ ਮੁਨਸ਼ੀ ਚਾਹੀਦਾ। ਤੇ ਅਖੀਰ ਦੇ ਵਿੱਚ ਜੀ ਸਾਡੇ ਸਪੈਸ਼ਲੀ ਜਿਹੜੇ ਨਵੀਂ ਯੰਗ ਜਨਰੇਸ਼ਨ ਹੈ, ਜਿਹੜੇ ਪੁਲਿਸ ਵਾਲੇ ਪਾਸੇ ਆਉਣਾ ਚਾਹੁੰਦੇ ਆ, ਤੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅਖੀਰ ਦੇ ਵਿੱਚ? ਉਹਨਾਂ ਨੂੰ ਮੈਂ ਇਹੀ ਮੈਸੇਜ ਦੇਵਾਂਗਾ ਕਿ ਇਟਸ ਅ ਵੈਰੀ ਗੁੱਡ ਕਰੀਅਰ, ਬਹੁਤ ਹੀ ਵਧੀਆ ਜੌਬ ਹੈਗੀ ਆ ਇਹਦੀ। ਅਖੀਰ ਦੇ ਵਿੱਚ ਇੱਕ ਸੌਰੀ ਮੇਰਾ ਸਵਾਲ ਰਹਿ ਗਿਆ ਜਿਹੜਾ ਸਾਨੂੰ ਬੜਾ ਇੰਪੋਰਟੈਂਟ ਹੈ ਸਾਡੇ ਲਈ, ਤੇ ਇਹਦੀ ਪੇ ਕਿੰਨੀ ਕੁ ਹੁੰਦੀ? ਪੇ ਜੀ ਹੈਗੀ ਆ ਸਟਾਰਟਿੰਗ ਦੇ ਵਿੱਚ। ਗੁੱਡ ਕੁਐਸਚਨ। ਇਹਦੀ ਪੇ ਸਟਾਰਟਿੰਗ ਜਦੋਂ ਤੁਸੀਂ ਸਟਾਰਟ ਕਰਦੇ ਹੋ ਰਿਕਰੂਟ ਕਲਾਸ ਤੁਸੀਂ ਜਾਓਗੇ, ਤੁਹਾਡੀ $68,000 ਤੁਹਾਡੀ ਸਟਾਰਟਿੰਗ ਸੈਲਰੀ ਆ। $68,000 ਵਿਚ ਇਜ਼ ਕਾਫੀ ਚੰਗੀ ਆ, ਕੰਪੈਰੇਟਿਵ ਵਿਦਨ ਕੈਨੇਡਾ। ਸੋ ਕੈਨੇਡਾ 'ਚ ਜਨਰਲੀ ਇੰਨੀ ਹੀ ਹੁੰਦੀ ਆ। 4 ਸਾਲਾਂ 'ਚ ਤੁਹਾਡੀ ਸੈਲਰੀ ਹੋ ਜਾਣੀ ਅਬਾਊਟ $104,000 ਤੇ ਤੁਸੀਂ $100,000 ਟੱਪ ਜਾਂਦੇ ਹੋ। ਇਹ ਤੁਹਾਡੀ ਬੇਸ ਸੈਲਰੀ ਆ, ਡਿਪੈਂਡ ਕਰਦਾ ਤੁਸੀਂ ਕਿੰਨਾ ਓਵਰ ਟਾਈਮ ਕਰਨਾ, ਇਟਸ ਅਪ ਟੂ ਯੂ। ਤੋ ਵੈਨ ਇਟ ਕਮਸ ਟੂ ਇਹ ਫਾਈਨੈਂਸ਼ੀਅਲ ਮੈਟਰਸ, ਪੁਲਿਸਿੰਗ ਇਜ਼ ਅ ਵੈਰੀ ਗੁੱਡ opportunity, it's a good career ਅਗਰ ਤੁਸੀਂ ਤੁਹਾਨੂੰ ਉਹ ਚੀਜ਼ਾਂ ਚਾਹੀਦੀਆਂ। ਬਟ ਮੇਨ ਗੱਲ ਤਾਂ ਇਹੀ ਹੁੰਦੀ ਹੈ, ਅਸੀਂ ਸੇਵਾ ਕਰਨੀ ਹੁੰਦੀ ਆ। ਐਂਡ ਮੈਂ ਜ਼ਰੂਰ ਕਹਾਂਗਾ ਹਰ ਇੱਕ ਪੁਲਿਸ ਅਫਸਰ ਨੇ ਤੁਹਾਨੂੰ ਇਹੀ ਜਵਾਬ ਦੇਣਾ ਕਿ ਸ਼ੋਰ ਉਹਨਾਂ ਨੇ ਪੁਲਿਸਿੰਗ ਜੁਆਇਨ ਕੀਤੀ ਆ ਬਿਕੋਜ਼ ਉਹਨਾਂ ਨੂੰ ਲੱਗਦਾ ਸੀ ਕਿ ਐਕਸਾਈਟਿੰਗ ਜੌਬ ਹੈ। ਮੈਂ ਆਪ ਤੁਹਾਨੂੰ ਕਹਾਂਗਾ ਬੜੀ ਐਕਸਾਈਟਿੰਗ ਜੌਬ ਹੈਗੀ ਆ। ਇੰਗਲਿਸ਼ 'ਚ ਕਹਾਵਤ ਹੈਗੀ ਹੈ, no 2 days are the same, ਕਿ ਮਤਲਬ ਹਰ ਦਿਨ ਤੁਹਾਨੂੰ ਕੋਈ ਨਵੀਂ ਚੀਜ਼ ਦੇਖਣ ਲਈ ਮਿਲਦੀ ਆ, ਐਕਸਪੀਰੀਅੰਸ ਕਰਨ ਲਈ ਮਿਲਦੀ ਆ, ਲੋਕਾਂ ਦੀ ਸੇਵਾ ਕਰਨ ਲਈ ਤੁਹਾਨੂੰ ਮੌਕਾ ਮਿਲਦਾ। ਜਾਨ ਕਾਫੀ ਤੁਸੀਂ ਬਚਾ ਸਕਦੇ ਹੋ। ਕਾਫੀ ਵਾਰੀ ਆਪਾਂ ਇਹੋ ਜਿਹੀ ਕਾਲਸ ਜਾਂਦੇ ਜਿੱਥੇ ਆਪਾਂ ਲਿਟਰਲੀ ਵੀ ਮੇਕ ਅ ਡਿਫਰੈਂਸ। ਅਤੇ ਮੈਂ ਅਗਰ ਕੋਈ ਵੀ ਸੋਚਿਆ ਪੁਲਿਸਿੰਗ ਦੇ ਬਾਰੇ, ਆਈ ਡੈਫੀਨਟਲੀ ਹਾਈਲੀ ਰეკਮੈਂਡ ਇਟ। ਅਤੇ ਤੁਹਾਨੂੰ ਕੋਈ ਕੁਐਸਚਨ ਜਾਂ ਕੋਈ ਸਵਾਲ ਹੋਵੇ, ਯੂ ਕੈਨ ਆਲਵੇਜ਼ ਕੰਟੈਕਟ ਸਾਡੀ ਰਿਕਰੂਟਿੰਗ ਡਿਪਾਰਟਮੈਂਟ ਹੈਗੀ, ਉਹਨਾਂ ਨਾਲ ਗੱਲ ਕਰ ਸਕਦੇ ਹੋ। ਮੈਂ ਤਾਂ ਇੱਥੇ ਸੇਵਾ ਕਰਦਾ ਹਾਂ ਨਾਰਥ ਈਸਟ, ਕਾਫੀ ਵਾਰੀ ਬੱਚੇ ਆ ਕੇ ਮੈਨੂੰ ਵੀ ਪੁੱਛਦੇ ਨੇ, ਆਮ ਆਲਵੇਜ਼ ਅਵੇਲੇਬਲ। ਤੁਸੀਂ ਸਾਡੇ ਡਿਸਟ੍ਰਿਕਟ ਆਫਿਸ ਆ ਕੇ ਵੀ ਤੁਸੀਂ ਪੁੱਛ ਸਕਦੇ ਹੋ ਅਗਰ ਤੁਹਾਨੂੰ ਕੋਈ ਸਵਾਲ ਹੈਗੇ। ਇੱਕ ਹੋਰ ਮੈਂ ਗੱਲ ਜ਼ਰੂਰ ਦੱਸਾਂਗਾ ਕਿ ਐਪਲੀਕੇਸ਼ਨ ਪ੍ਰੋਸੈਸ ਦੇ ਟਾਈਮ ਤੁਹਾਨੂੰ ਇੱਕ ਮੌਕਾ ਦਿੱਤਾ ਜਾਂਦਾ ਟੂ ਰਾਈਡ ਵਿਦ ਅ ਪੁਲਿਸ ਆਫਸਰ। ਤੁਸੀਂ ਪੁਲਿਸ ਆਫਸਰ ਗੱਡੀ 'ਚ ਬਹਿ ਕੇ 12 ਘੰਟੇ ਦੀ ਸ਼ਿਫਟ ਕਰ ਸਕਦੇ ਹੋ।
ਜੀ। ਹਾਂਜੀ ਤੁਹਾਨੂੰ ਹਥਿਆਰ ਤਾਂ ਨਹੀਂ ਦਿੱਤੇ ਜਾਣਗੇ ਬਟ ਤੁਹਾਨੂੰ ਤੁਸੀਂ ਬਹਿ ਕੇ ਦੇਖ ਸਕਦੇ ਹੋ ਕਿ ਹਾਂ ਵੀ 12 ਘੰਟੇ ਦੀ ਸ਼ਿਫਟ ਕਿਹੋ ਜੀ ਆ, ਤੁਸੀਂ ਕੀ ਦੇਖ ਸਕਦੇ ਹੋ। ਇਹ ਵੈਸੇ ਕੋਈ ਸਟੂਡੈਂਟ ਆ ਸਕਦਾ ਹੈ ਜਾਂ ਕੋਈ ਪਹਿਲਾਂ ਕੋਈ ਪ੍ਰੋਸੈਸ ਪੁਲਿਸ ਦਾ ਸਟਾਰਟ ਕਰਨਾ ਪਊਗਾ? ਐਪਲੀਕੇਸ਼ਨ ਅਗਰ ਤੁਸੀਂ ਪਾ ਦਿੰਦੇ ਹੋ ਤਾਂ ਫਿਰ ਤੁਸੀਂ ਆ ਸਕਦੇ ਹੋ। ਤੁਹਾਨੂੰ ਯੂ ਸ਼ੁੱਡ ਬੀ ਸੀਰੀਅਸ ਅਬਾਊਟ ਪੁਲਿਸਿੰਗ ਜੀ। ਤੇ ਤੁਸੀਂ ਆ ਕੇ ਦੇਖ ਸਕਦੇ ਹੋ ਕਿ ਪੁਲਿਸਿੰਗ ਹੁੰਦੀ ਕੀ ਆ। ਮੈਂ ਹਾਈਲੀ ਰეკਮੈਂਡ ਕਰਦਾ ਕਿਉਂਕਿ ਤੁਹਾਨੂੰ ਪਤਾ ਲੱਗ ਜਾਂਦਾ ਕਿ ਜਿਹੜੀ ਵੀ ਤੁਹਾਡੇ ਮਿਸਕਨਸੈਪਸ਼ਨਸ ਨੇ, ਭੁਲੇਖੇ ਤੁਹਾਡੇ ਨੇ, ਤੁਹਾਨੂੰ ਕਲੀਅਰ ਹੋ ਜਾਂਦੇ ਨੇ ਕਿ ਨਹੀਂ ਜੀ ਇਹ ਪੁਲਿਸਿੰਗ ਹੈਗੀ ਆ, ਇਹ ਤੁਹਾਨੂੰ ਕਰਨਾ ਪੈਂਦਾ। ਆਈ ਆਲਵੇਜ਼ ਰეკਮੈਂਡ ਕਿ ਆਪਣੇ ਜਿਹੜੇ ਯੰਗ ਐਪਲੀਕੈਂਟਸ ਨੇ ਜ਼ਰੂਰ ਆਉਣ ਸਾਡੇ ਕੋਲ। ਥੈਂਕ ਯੂ ਰੰਧਾਵਾ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर ਹੈਵਿੰਗ ਅਸ। ਤੁਹਾਡੇ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ ਪਰ ਅੱਜ ਦੇ ਲਈ ਟਾਈਮ ਸਾਡੇ ਕੋਲ ਸੀਮਤ ਹੈ ਤੇ ਅੱਗੇ ਜਾ ਕੇ ਅਸੀਂ ਹੋਰ ਬੜੇ ਜਿਹੜੇ ਇੱਥੋਂ ਦੀਆਂ ਸਮੱਸਿਆਵਾਂ ਕਈ ਉਹਨਾਂ ਦੇ ਬਾਰੇ ਵੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਅੱਜ ਦੇ ਲਈ ਥੈਂਕ ਯੂ ਸੋ ਮਚ। ਥੈਂਕ ਯੂ।